ਸ਼ਲੋਕ ਤਜੋ ਸਿਆਣਪ ਸੁਰ ਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਭਉ ਜਾਏ। ਜੋ ਸਿਆਣਪ ਸੁਰ ਜਨੋ ਸੁਰ ਕਹਿੰਦੇ ਨੇ ਜਿਹੜਾ ਸਿੱਧੇ ਰਾਹ ਚੱਲਦਾ ਹੋਵੇ ਨਾ, ਧਰਮ ਦੇ ਰਾਹ ਇਮਾਨਦਾਰੀ ਨਾਲ ਚੱਲਣ ਦੀ ਇੱਛਾ ਰੱਖਦਾ ਹੋਵੇ, ਉਹ ਸੁਰ ਹੈ। ਸੁਰ ਜਨੋ ਸਿਆਣਪ ਛੱਡ ਦੋ, ਆਪਣੀ ਸਿਆਣਪ ਵਿੱਚ ਅੜਾ ਲੈਂਦੇ ਨੇ। ਜਿੰਨੀਆਂ ਮੱਤਾਂ ਬਣੀਆਂ ਨੇ ਮਨਮੱਤਾਂ ਆਪਣੀ ਸਿਆਣਪ ਦੀਆਂ ਬਣਾਈਆਂ ਹੋਈਆਂ ਨੇ। ਆਪਣੀ ਸਿਆਣਪ ਨੂੰ ਵਿੱਚ ਨਾ ਅੜਾਓ ਪੂਰੇ, ਇਹ ਆਪਣੀ ਸਿਆਣਪ ਛੱਡੋ। ਅੰਤਰਾਤਮਾ ਦੀ ਆਵਾਜ਼ ਨੂੰ ਫੜੋ, ਗੁਰ ਕੇ ਭਾਣੇ ਚੱਲੋ, ਆਪਣਾ ਉਹਨਾਂ ਵਿੱਚ ਮਨਮੱਤ ਅੜਾਓ। ਉਹ ਮਰਿਆਦਾ ਅੜਾ ਲਈ ਵਿੱਚ ਰਹਿਤ ਨਾਲ, ਉਹ ਮਰਿਆਦਾ ਹੀ ਲੈ ਕੇ ਬਹਿ ਗਈ। ਰਹਿਤ ਦੇ ਵਿੱਚ ਜਾਂਦੇ ਮਰਿਆਦਾ ਸ਼ਾਮਲ ਕਰਨ ਲਈ ਲੈ ਕੇ ਬਹਿ ਗਈ, ਪੁੱਠੇ ਰਸਤੇ ਪਾਤਾ ਮਰਿਆਦਾ ਨੇ। ਮਰਿਆਦਾ ਚ ਭਿੰਨਤਾ ਆ ਜਾਂਦੀ ਹੈ, ਆਪਣੀ ਆਪਣੀ ਮੱਤਾ ਵੜਦੀ ਹੈ ਮਰਿਆਦਾ ਚ। ਮਰਿਆਦਾ ਹੁੰਦੀ ਉਹ ਮੈਨ ਮੇਡ ਹੈ, ਜੋ ਆਦਮੀ ਨੇ ਪੈਦਾ ਕੀਤੀ ਹੈ ਮਰਿਆਦਾ, ਜੋ ਪਰਮੇਸ਼ਰ ਨੇ ਦਿੱਤੀ ਹੈ ਰਹਿਤ ਹੈ। ਇਸ ਕਰਕੇ ਆਪਣੀ ਸਿਆਣਪ ਛੱਡਦੇ ਹੋ ਤਜੋ ਸਿਆਣਪ ਸੁਰ ਜਨੋ। ਜਿਨ੍ਹਾਂ ਨੇ ਆਪਣੀ ਸਿਆਣਪ ਛੱਡਤੀ ਭਾਣੇ ਚ ਆ ਗਏ, ਉਹ ਪਾਰ ਹੋ ਗਏ। ਜਿਨ੍ਹਾਂ ਨੇ ਸਿਆਣਪ ਵਿੱਚ ਆਪਣੀ ਰੱਖ ਲਈ ਵਿੱਚ, ਉਹ ਵਿਚਾਲੇ ਰਹਿ ਗਏ, ਮਝਦਾਰ ਰਹਿ ਗਏ। ਉਹ ਮਨਮਤ ਵਾਲੀ ਵਿੱਚ ਮਰਿਆਦਾ ਵਾਲੀ ਸਿਮਰੋ ਹਰ ਹਰ ਰਾਏ। ਹਰ ਰਾਏ ਹੈ ਜਿਹੜਾ ਨਾ ਰਾਜਾ, ਕੋਈ ਹਰ ਸਮਾਨ ਦੀ ਰਾਜਾ, ਉਹਦਾ ਸਿਮਰਨ ਕਰੋ। ਕੌਣ? ਇੱਕ ਆਸ ਹਰੀ ਮਨ ਰੱਖੋ। ਹਰ ਜਿਹੜਾ ਮਨ ਦੇ ਵਿੱਚ ਹੈ ਨਾ, ਮਨ ਵਿੱਚ ਆਪ ਹੈ, ਉਹਦੇ ਦਰਸ਼ਨ ਦੀ ਆਸ ਰੱਖੋ, ਉਹਦੀ ਆਸ ਰੱਖੋ। ਉਹ ਅੰਦਰ ਹੀ ਆ ਤਾਂ ਮਨ ਵਿੱਚ ਹੀ ਹੈ, ਸਾਰ ਦੀ ਹੈ ਉਹ। ਉਹਦੇ ਨੰਨੇ ਨੂੰ ਸਿਆਰੀ ਹੈ। ਹਾਂਜੀ, ਮਨ ਦੇ ਵਿੱਚ ਹੈ ਫਿਰ ਉਹ। ਹਰ ਮਨ ਦੇ ਵਿੱਚ ਹੈ ਜਿਹੜਾ, ਉਹਦੀ ਆਸ ਰੱਖੋ, ਉਹ ਕਰੂਗਾ ਸਹਾਇਤਾ। ਬਾਹਰ ਲਿਆਲ ਦੀ ਗੱਲ, ਉਹਦੀ ਆਸ ਰੱਖੋ, ਉਹਨੇ ਮਸਲਾ ਹੱਲ ਕਰ। ਸਤਿਗੁਰ ਤੁਮਰੇ ਕਾਜ ਸਵਾਰੇ ਸਿਰ ਕਰ ਬੈਸੋ ਹਰ ਜਨ ਪਿਆਰੇ। ਡੋਰੀ ਉਹਦੇ ਤੇ ਛੱਡ ਦਿਓ, ਆਪਣੀ ਸਿਆਣਪ ਛੱਡ ਕੇ ਹਰ ਦੇ ਉੱਤੇ ਡੋਰੀ ਛੱਡ ਦਿਓ, ਉਹਦੇ ਭਾਣੇ ਚੱਲੋ। ਅੰਤਰਾਤਮਾ ਦੀ ਆਵਾਜ਼ ਤੇ ਪਹਿਰਾ ਦਓ, ਉਹਦੇ ਅਨੁਸਾਰ ਚੱਲੋ। ਨਾਨਕ ਦੁਖ ਭਰਮ ਭਉ ਜਾਏ। ਦੁੱਖ ਭਰਮ ਔਰ ਭਉ ਦੋਏ, ਭਰਮ ਔਰ ਭੈ ਦੋਏ ਚਲੇ ਜਾਣਗੇ। ਇਹੀ ਦੁੱਖ ਹੈ। ਭੈ ਸਭ ਤੋਂ ਬੜਾ ਦੁੱਖ ਹੈ, ਭੈ ਚੋਂ ਹੀ ਦੁੱਖ ਪੈਦਾ ਹੁੰਦਾ। ਭਰਮ ਤੋਂ ਭੈ ਹੁੰਦੀ ਹੈ, ਭੈ ਤੋਂ ਦੁੱਖ ਪੈਦਾ ਹੁੰਦਾ। ਭਰਮ ਭਉ ਜਾਏ। ਹਾਂਜੀ, ਠੀਕ ਹੈ ਜੀ। ਜਦੋਂ ਤੁਸੀਂ ਕਹਿੰਦੇ ਆ ਮਨ ਤੇ ਤਿਆਰੀ ਹੈ, ਤਾਂ ਇਹ ਨਹੀਂ ਬਣ ਏਕ ਆਸ ਹਰ ਮਨ ਰੱਖੋ, ਮਨ ਵਿੱਚ ਇੱਕ ਦੀ ਆਸ ਰੱਖੋ। ਹੈ ਜੀ, ਨਹੀਂ ਜੇ ਇਹ ਕਹਾਂਗੇ ਇੱਕ ਦੀ ਆਸ ਰੱਖੋ, ਹਰ ਹਰੀ ਹੈ ਜਿਹੜਾ ਮਨ ਦੇ ਵਿੱਚ ਹੈ। ਅੱਛਾ ਜੀ, ਹਰ ਆ ਗਿਆ ਨਾ ਨਾਲ, ਪਹਿਲਾਂ ਹਰ ਆ ਗਿਆ ਨਾਲ। ਹਾਂਜੀ, ਜੇ ਹਰ ਨਾ ਹੁੰਦਾ ਆਸ ਹੁੰਦੀ, ਫਿਰ ਤਾਂ ਗੱਲ ਕਰ ਲੈਂਦੇ ਆਪਾਂ ਆਸ ਦੀ। ਆਸ ਕੀ ਹੈ? ਜਿਹੜਾ ਮਨ ਦੇ ਵਿੱਚ ਹਰ ਹੈ, ਉਹਦੀ ਆਸ ਰੱਖੋ। ਹਰ ਤੇ ਬਾਅਦ ਮੈਨੂੰ ਸਿਆਰੀ ਇਹਨਾਂ ਦੇ। ਠੀਕ ਹੈ ਜੀ। ਹਰ ਉਹ ਕੌਣ ਹੈ? ਮਨ ਵਿੱਚ ਹੈ ਹਰ। ਹਰ ਬਾਹਰ ਬਣਾਇਆ ਹੋਇਆ ਨੇ ਇਹਨਾਂ ਦਾ ਮੂਰਤੀ ਹਰ ਦੀ। ਅੱਛਾ ਜੀ, ਉਹਨਾਂ ਦੀ ਬਣਾਈ ਹੋਈ ਹੈ ਬਾਹਰ ਹਰ ਦੀ ਮੂਰਤੀ। ਤਾਂ ਗਿਆ ਪਿਛਲੇ ਹਰ ਦੀ ਗੱਲ ਕਰਦੇ ਹਾਂ ਅਸੀਂ। ਅੱਛਾ ਜੀ, ਉਹ ਜਿੱਥੋਂ ਹਰ ਲਫ਼ਜ਼ ਹੈ, ਉਹਨਾਂ ਦਾ ਹਰ ਬਾਹਰ ਹੈ, ਅੰਦਰ ਦੀ ਹੈ। ਸਾਡਾ ਹਰ ਅੰਦਰ ਹਰ ਦਾ ਜਦ
ਹਰ ਦਾ ਗੁਣਵਾਚਕ ਲਫ਼ਜ਼ ਹੈ। ਮਨ ਵਾਲਾ ਹਰ ਹੈ, ਸਾਡਾ ਹਰ ਹੋਰ ਹੈ, ਉਹਨਾਂ ਦਾ ਹਰ ਹੋਰ ਹੈ। ਅੱਛਾ ਜੀ। ਵੀ ਤਾਂ ਉਹਨਾਂ ਵਾਲਾ ਹਰ ਸਾਡਾ ਬਣ ਜਾਂਦਾ, ਫਿਰ ਕੀ ਕਰਦੇ ਆਪਾਂ? ਕੋਈ ਅਰਥ ਕਰ ਲਵੇ ਵੀ ਹਰ ਤਾਂ ਤੇ ਕੋਈ ਹਰ ਗਿਆ ਕ੍ਰਿਸ਼ਨ, ਹਰੇ ਰਾਮ ਹਰੇ ਕ੍ਰਿਸ਼ਨ। ਉਹ ਹਰੇ ਰਾਮ ਹਰੇ ਕ੍ਰਿਸ਼ਨ ਨਹੀਂ ਹੈਗਾ, ਇਹ ਮਨ ਦੇ ਵਿੱਚ ਹੈ ਸਾਡਾ ਜਿਹੜਾ ਹਰ ਹੈ, ਉਹਦੀ ਗੱਲ ਕਰਦੇ ਤੁਸੀਂ। ਉਹਨਾਂ ਨੇ ਆਪਣਾ ਹਰ ਵੱਖਰਾ ਕੀਤਾ ਸੀ, ਬਸ ਉਹਦੇ ਦੀ ਆਸ ਹੈ। ਉਸੇ ਤੇ ਡੋਰੀ ਹੈ ਸਾਡੀ, ਉਹਨੂੰ ਪ੍ਰਭ ਦੀ ਕਪੜਾ ਬਣਾਉਣੀ ਹੱਥ ਮਾਰੇ। ਠੀਕ ਹੈ ਜੀ। ਉਹਦੇ ਤੇ ਡੋਰੀ ਰੱਖ ਦੋ, ਇਸਤੇਮਾਲ ਕਰ ਲੋ, ਬਸ ਆਪਣੀ ਜਿਹੜੀ ਸਿਆਣਪ ਉਹ ਛੱਡ ਦੋ, ਕਿਸੇ ਤੇ ਇਤਬਾਰ ਕਰਨਾ ਹੀ ਪਊਗਾ। ਜੇ ਹੁਣ ਆਪਣੀ ਸਿਆਣਪ ਛੱਡੀ ਹੈ ਤਾਂ ਦੂਏ ਦੀ ਸਿਆਣਪ ਤੇ ਇਤਬਾਰ ਕਰਨਾ ਹੀ ਪਊਗਾ। ਮਨ ਦੇ ਵਿੱਚ ਜਿਹੜਾ ਗੁਰਦੇਵ ਹੈ ਜਾਂ ਸਤਿਗੁਰ ਹੈ, ਉਹਦੇ ਤੇ ਆਸ ਰੱਖੋ। ਸਤਿਗੁਰ ਤੁਮਰੇ ਕਾਜ ਸਵਾਰੇ, ਫਿਰ ਘਰ ਬੈਸੋ ਹਰ ਜਨ ਪਿਆਰੇ। ਉਹਦੇ ਤੇ ਛੱਡ ਦੋ ਸਾਰੀ ਗੱਲ, ਆਪਣੀ ਸਿਆਣਪ ਛੱਡ ਕੇ ਉਹਦੇ ਭਾਣੇ ਚ ਹੋ ਜਾਓ। ਹਾਂਜੀ ਠੀਕ ਹੈ। अष्टपदी। मानुख की टेक वृथि सब जान, देवन को एक है भगवान। ਆ ਦੇਖੋ ਉਹਨਾਂ ਦਾ ਹਰ ਆਦਮੀ ਹੈ ਨਾ। ठीक है जी। ਕ੍ਰਿਸ਼ਨ ਹਰ ਨਹੀਂ ਬਣਾਇਆ ਹੋਇਆ। हाँ जी। ਸ਼ੁਰੂ ਤੋਂ ਕਰੀਏ ਗੱਲ। ਆਦਮੀ ਨੂੰ ਹਰ ਕਹਿੰਦੇ ਨੇ, ਉਹਨੂੰ ਵੀ ਅਸੀਂ ਹਰ ਕਿਹਾ ਹੋਇਆ। ਮਾਨੁਖ ਕੀ ਟੇਕ ਵਰਤੀ ਸਭ ਜਾਣ। ਇਸ ਕਰਕੇ ਉਹ ਹਰ ਦਾ ਅਰਥ ਜਿਹੜਾ ਮਨ ਦੇ ਵਿੱਚ ਹਰ ਹੈ ਉਹ ਕੀਤਾ ਸੀ। ਤਾਂ ਅੱਗੋਂ ਉਹਨਾਂ ਦਾ ਆਦਮੀ, ਹਰ ਆਦਮੀ ਦੀ ਮੂਰਤੀ ਨਹੀਂ ਬਣਾਈ ਹੋਈ ਨਾ, ਹਰ ਦੀ ਮੂਰਤੀ ਨਹੀਂ ਬਣਾਈ ਹੋਈ। ਹਾਂਜੀ। ਕ੍ਰਿਸ਼ਨ ਦੀ ਮੂਰਤੀ ਬਣਾਈ ਦੀ, ਇਹਨੂੰ ਹਰ ਨਹੀਂ ਕਹਿੰਦੇ, ਹਰ ਹਰ ਮਹਾਦੇਵ ਨਹੀਂ ਕਹਿੰਦੇ। ਕੋਈ ਮਹਾਦੇਵ ਨੂੰ ਹਰ ਕਹਿੰਦਾ, ਕੋਈ ਵਿਸ਼ਨੂੰ ਨੂੰ ਕਹਿੰਦਾ, ਕੋਈ ਕ੍ਰਿਸ਼ਨ ਨੂੰ ਕਹਿੰਦਾ। ਤਾਂ ਸਾਰੇ ਆਦਮੀ ਨੇ। ਠੀਕ ਹੈ ਜੀ। ਗੁਰਬਾਣੀ ਦੀ ਆਦਮੀ ਨੂੰ ਮੂਰਤੀ। ਮਾਨੁਖ ਕੀ ਟੇਕ ਵਰਤੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਇਹ ਗੱਲ ਬੜੀ ਖਤਰਨਾਕ ਸੀ, ਹਿੰਦੂ ਮਤ ਦੇ ਖਿਲਾਫ ਸੀ। ਸਾਡੇ ਬਹੁਤ ਖਤਰਨਾਕ ਬੰਦੀ ਹਿੰਦੂ ਮਤ ਨੇ, ਸਾਰਿਆਂ ਨੂੰ ਜ਼ਿਆਦਾ ਖਤਰਨਾਕ ਇਹ ਗੱਲ ਬੰਦੀ। ਇਸ ਕਰਕੇ ਇਹਨਾਂ ਨੇ ਬਾਬੇ ਬੁੱਢੇ ਵਾਲੀ ਕਹਾਣੀ ਕਰ ਲਈ। ਉਹਦਾ ਛੇਵੇਂ ਪਾਤਸ਼ਾਹ ਦਾ ਜਨਮ ਹੋਇਆ। ਅੱਛਾ ਜੀ। ਆਹ ਪੁਆਇੰਟ ਹਿੱਟ ਕਰ ਲੋ ਤਾਂ ਮਾਨੁਖ ਕੀ ਟੇਕ ਵਾਲਾ। ਜੇ ਨਾ ਉਹ ਕਹਾਣੀ ਘੜ ਲਈ, ਘੜ ਕੇ ਸਾਨੂੰ ਦੇਤੀ, ਅਸੀਂ ਮੰਨ ਲਈ। ਜਿਹੜੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਮਾਨੁਖ ਕੀ ਟੇਕ ਵਰਤੀ ਸਭ ਜਾਣ, ਦੇਵਨ ਕੋ ਇੱਕ ਇੱਕ ਭਗਵਾਨ, ਜਿਸ ਕੇ ਦੀਏ ਰਹੇਗਾ ਹੈ। ਬੌੜ ਨਾ ਤ੍ਰਿਸ਼ਨਾ ਲਾਗੇ ਆਏ, ਉਹਦੇ ਨਾਲ ਬਾਬੇ ਬੁੱਢੇ ਵਾਲੀ ਕਹਾਣੀ ਜੋੜਤੀ। ਕਿਉਂ ਕੀ ਜੋੜਿਆ? ਇਹ ਬਹੁਤ ਇੱਕ ਖੁਸ਼ੀ ਦੀ ਗੱਲ ਹੈ। ਆਮ ਜ਼ਿਕਰ ਨੂੰ ਇਹ ਗੱਲਾਂ ਦਾ ਕੀ ਪਤਾ, ਉਹ ਤਾਂ ਭੜਕ ਜਾਂਦੇ ਨੇ ਗੱਲ ਕਹੀ ਤੇ, ਕਿਉਂ ਉਹਨਾਂ ਨੇ ਸੁਣੀਆਂ ਹੋਈਆਂ ਨੇ ਝੂਠੀਆਂ ਕਹਾਣੀਆਂ। ਉਹਨਾਂ ਨੂੰ ਇਹ ਵੀ ਪਤਾ ਵੀ ਸਾਡੀ ਕਿਹੜੀ ਗੱਲ ਹਿੱਟ ਕੀਤੀ ਹੈ, ਕਿਹੜੀ ਸਾਡੀ ਖਤਮ ਕਰਕੇ ਸਾਨੂੰ ਹਿੰਦੂ ਬਣਾਇਆ ਹੈ। ਇਹ ਤਾਂ ਹੁਣ ਫੌਜੀਆਂ ਨੂੰ ਪਤਾ ਵੀ ਗੱਲਾਂ ਕੀ ਕੀਆਂ, ਕੀ ਕਰਤੀਆਂ ਉਹਨਾਂ ਨੇ, ਕਿਉਂ ਕੀਤੀਆਂ। ਆਮ ਸੰਗਤ ਨੂੰ ਕੀ ਪਤਾ ਇਸ ਗੱਲ ਦਾ, ਕੀ ਇਹ ਗੱਲ ਹੈ ਭਲਾ ਹੈ। ਆਹ ਹਿੱਟ ਕੀਤਾ, ਬਹੁਤ ਖਤਰਨਾਕ ਗੱਲ ਸੀ ਉਹਨਾਂ ਦੇ ਖਿਲਾਫ। ਇਹ ਉਹ ਆਦਮੀ ਤੇ ਖੜੇ ਨੇ ਸਾਰੇ, ਮੂਰਤੀ ਪੂਜਾ ਤੇ ਖੜੇ ਨੇ। ਮੂਰਤੀ ਪੂਜਾ ਵਾਸਤੇ ਜਗ੍ਹਾ ਹੀ ਕੋਈ ਨਹੀਂ ਛੱਡੀ। ਠੀਕ ਹੈ। ਜੇ ਮਾਨੁਖ ਕੀ ਟੇਕ ਵਰਤੀਆ ਤਾਂ ਆਦਮੀ, ਜੇ ਸਾਡੇ ਗੁਰੂ ਜੀ ਨੂੰ ਅਸੀਂ ਕਹਿੰਦੇ ਉਹ ਵੀ ਮਾਨੁਖ ਨੇ, ਉਹਨਾਂ ਦੀ ਵੀ ਟੇਕ ਵਰਤੀ ਹੈ। ਹਾਂ, ਇਹ ਲਾਗੂ ਸਾਰੇ ਆਦਮੀਆਂ ਤੇ ਹੀ ਹੁੰਦਾ ਜਿਹਨੇ ਜਨਮ ਲਿਆ ਹੋਇਆ। ਸਾਰੇ ਕਿ ਕੌਡੀ ਘੱਟੇ ਹੀ ਰਲਾਤੀ। ਹਾਂਜੀ, ਘੱਟੇ ਹੀ ਰਲਾਤੀ ਸਾਰੀ ਗੱਲੇ।
ਸੰਤਾਂ ਨੇ। ਐਸੀਆਂ ਸਾਖੀਆਂ ਘੜੀਆਂ ਜਿਹੜੇ ਸਿਆਣੇ ਨੇ ਤਾਂ ਹੀ ਕਹਿੰਦੇ ਨੇ ਇਤਿਹਾਸ ਨੂੰ ਸੋਧੋ ਗੁਰਬਾਣੀ ਅਨੁਸਾਰ। ਆ ਗੱਲਾਂ ਸੋਧਣ ਵਾਲੀਆਂ ਨੇ। ਹੁਣ ਪਤਾ ਸਾਰਿਆਂ ਨੂੰ ਆ ਗੱਲ ਗਲਤ ਹੈ, ਪਰ ਕਹੇ ਤੇ ਨਾ ਕੋਈ ਕਹੇ ਸੰਗਤ ਨਾਜ ਹੁੰਦੀ ਹੈ। ਸੰਗਤ ਡੋਕੇ ਨਹੀਂ ਕਹਿੰਦੇ, ਝੂਠ ਜੋ ਬੋਲ ਬੈਠੇ, ਸੱਚ ਬੋਲ ਹੋ ਗਿਆ। ਸ਼ਰਧਾਵਾਨ ਬਣਾਤੀ ਸੰਗਤ, ਗਿਆਨਵਾਨ ਬਣਾਉਣੀ ਤੀ ਸ਼ਰਧਾ ਬਣਾਤੀ। ਸ਼ਰਧਾ ਨਹੀਂ ਹੁੰਦੀ ਹੈ। ਸ਼ਰਧਾ ਵਾਸਤੇ ਗੁਰਮਤ ਕੋਈ ਜਗ੍ਹਾ ਨਹੀਂ। ਜਿੱਥੇ ਸ਼ਰਧਾ ਹੁੰਦੀ ਹੈ ਭਰੋਸਾ ਨਹੀਂ ਹੁੰਦਾ। ਜਿੱਥੇ ਭਰੋਸਾ ਹੁੰਦਾ ਤੇ ਸ਼ਰਧਾ ਨਹੀਂ ਹੁੰਦੀ। ਸ਼ਰਧਾ ਤਾਂ ਕਿਸੇ ਗੁਰੂ ਨਾਨਕ ਦੀ ਕਿਸੇ ਚੀਜ਼ ਤੇ ਸ਼ਰਧਾ ਨਹੀਂ ਹੈ, ਭਗਤਾਂ ਦੀ ਕਿਸੇ ਚੀਜ਼ ਤੇ ਸ਼ਰਧਾ ਨਹੀਂ ਹੈ। ਸ਼ਰਧਾ ਹੁੰਦੀ ਤਾਂ ਮੂੰਹ ਦੇ ਖਿਲਾਫ ਨਹੀਂ ਸੀ ਬੋਲਦੇ। ਸ਼ਰਧਾ ਵਾਸਤੇ ਤਾਂ ਜਗ੍ਹਾ ਹੀ ਨਹੀਂ ਕੋਈ ਹੈ ਗੁਰਬਾਣੀ ਚ। ਸੱਚ ਕੋਲ ਸ਼ਰਧਾ ਵਾਸਤੇ ਕੋਈ ਜਗ੍ਹਾ ਨਹੀਂ ਹੁੰਦੀ। ਸ਼ਰਧਾ ਹੁੰਦੀ ਉਹਦੀ ਹੈ ਅੰਧ ਵਿਸ਼ਵਾਸ ਦਾ ਸਾਨੂੰ ਸ਼ਰਧਾ ਹੈ। ਸ਼ਰਧਾ ਅੰਧ ਵਿਸ਼ਵਾਸ ਕੋਈ ਗੱਲ ਹੈ, ਦੋ ਨਹੀਂ ਹੈਗੀ। ਸਿੱਖੇ ਸ਼ਰਧਾਵਾਨ ਬਣਾਏ ਨੇ ਇਹਨਾਂ ਨੇ, ਭਰੋਸੇ ਵਾਲਾ ਬਣਾਇਆ ਹੀ ਕੋਈ ਨਹੀਂ। ਜੇ ਭਰੋਸਾ ਨਹੀਂ ਤਾਂ ਸਿੱਖੀ ਕਾਹਦੀ ਹੈ। ਸ਼ਰਧਾ ਦਾ ਕਦੇ ਪ੍ਰਚਾਰ ਨਹੀਂ ਹੋਇਆ ਪੁਰਾਣੇ ਜ਼ਮਾਨੇ ਸਿੱਖੀ ਦਾ। ਸਿੱਧ ਕਰ ਭਰੋਸੇ ਦੀ ਗੱਲ ਹੈ ਸਿੱਖੀ। ਸ਼ਰਧਾ ਦੀ ਕੋਈ ਥਾਂ ਨਹੀਂ। ਸ਼ਰਧਾ ਦੀ ਹਾਂ, ਗਿਆਨ ਬਿਨਾਂ ਭਰੋਸਾ ਨਹੀਂ ਹੋ ਸਕਦਾ, ਵਿਸ਼ਵਾਸ ਨਹੀਂ ਹੋ ਸਕਦਾ। ਜਿੰਨਾ ਚਿਰ ਮਨ ਦੀ ਤਸੱਲੀ ਨਹੀਂ ਹੁੰਦੀ, ਵਿਸ਼ਵਾਸ ਨਹੀਂ ਕਰਦਾ ਮਨ ਕਦੇ ਵੀ। ਝੂਠ ਤੇ ਭਰੋਸਾ ਕਰਨ ਕੱਲ ਵੀ ਝੂਠ ਤੇ ਤਾਂ ਸ਼ਰਧਾ ਹੀ ਕੀਤੀ ਜਾ ਸਕਦੀ ਹੈ। ਪੱਥਰ ਜੋ ਮਿਲ ਜਾਂਦਾ ਹੈ ਤਾਂ ਸ਼ਰਧਾ ਹੀ ਕੀਤੀ ਜਾ ਸਕਦੀ ਹੈ, ਭਰੋਸਾ ਤਾਂ ਕੀਤਾ ਨਹੀਂ ਜਾ ਸਕਦਾ ਇੱਥੇ। ਹਾਂ, ਆਪਾਂ ਵਿਰੋਧੀ ਗੱਲਾਂ ਨੇ। ਪਰਮੇਸ਼ਰ ਸਭ ਕੁਝ ਕਰਦਾ, ਆਦਮੀ ਵੀ ਕਰਦਾ। ਦੋ ਗੱਲਾਂ ਆਪਾਂ ਵਿਰੋਧੀ ਨੇ। ਸ਼ਰਧਾ ਵਾਨਾ ਆਪਾਂ ਵਿਰੋਧੀ ਪ੍ਰਚਾਰ। ਜਿੱਥੇ ਸ਼ਰਧਾ ਵਾਲੇ ਧਰਮ ਨੇ ਉੱਥੇ ਆਪਾਂ ਵਿਰੋਧੀ ਪ੍ਰਚਾਰ ਹੈ। ਸੱਚ ਨਹੀਂ ਹੁੰਦਾ ਉੱਥੇ ਬਿਲਕੁਲ ਵੀ। ਗੁਰਬਾਣੀ ਸ਼ਰਧਾ ਖਾਤਰ ਕੋਈ ਜਗ੍ਹਾ ਨਹੀਂ ਹੈ। ਸੱਚ ਹੈ, ਸੱਚ ਸ਼ਰਧਾ ਖਾਤਰ ਕੋਈ ਜਗ੍ਹਾ ਹੁੰਦੀ ਹੋਈ ਨਹੀਂ। ਕਹਿੰਦੇ ਇੱਕ ਸ਼ਿਵ ਭਏ, ਇੱਕ ਗਏ ਇੱਕ ਫੇਰ ਭਏ। ਰਾਮ ਔਰ ਕੇ ਹਿੱਕੇ ਅਵਤਾਰ ਕੀ ਅਨੇਕ ਹੈ। ਦੱਸੋ ਸ਼ਰਧਾ ਰਹਿ ਗਈ? ਸ਼ਰਧਾ ਕਿੱਥੇ? ਸ਼ਰਧਾ ਵਾਸਤੇ ਕੋਈ ਜਗ੍ਹਾ ਨਹੀਂ ਹੈ ਗੁਰਬਾਣੀ। ਜਿਹੜੇ ਸ਼ਰਧਾਵਾਨ ਨੇ ਸਿੱਖ ਨਹੀਂ ਹਨ, ਹਿੰਦੂ ਨੇ। ਉਹ ਸ਼ਰਧਾਵਾਨ ਹਿੰਦੂ ਹੁੰਦਾ, ਭਰੋਸੇ ਵਾਲਾ ਸਿੱਖ ਹੁੰਦਾ। ਭਰੋਸੇ ਵਾਲਾ ਹੀ ਸਿਰ ਦਿੰਦਾ, ਸ਼ਰਧਾਵਾਨ ਸਿਰ ਨਹੀਂ ਕਦੇ ਵੀ ਦਿੰਦਾ। ਹਾਂ, ਵੱਧ ਉਹਨਾਂ ਨੇ ਕਢਾਇਆ ਵੀ ਜਿਹਨੂੰ ਭਰੋਸਾ ਸੀ। ਭਰੋਸਾ ਸੱਚ ਤੇ ਕੀਤਾ ਜਾ ਸਕਦਾ, ਝੂਠ ਤੇ ਕੀਤਾ ਜਾ ਸਕਦਾ ਭਰੋਸਾ। ਦੁਨੀਆ ਝੂਠ ਤੇ ਭਰੋਸਾ ਕੌਣ ਕਰਦਾ? ਕੋਈ ਅਦਾਲਤ ਕਰਦੀ ਹੈ, ਪੁਲਿਸ ਨਹੀਂ ਕਰਦੀ। ਕੋਈ ਦੁਨੀਆ ਚ ਕਰਦਾ ਹੀ ਨਹੀਂ ਝੂਠ ਤੇ ਭਰੋਸਾ। ਝੂਠ ਤੇ ਭਰੋਸਾ ਕੀਤਾ ਨਹੀਂ ਜਾ ਸਕਦਾ। ਮੂਰਖ ਕਰੂ, ਜੇ ਝੂਠ ਤੇ ਭਰੋਸਾ ਕਰੂਗਾ ਤਾਂ ਮੂਰਖ ਕਰੂਗਾ। ਝੂਠੀਆਂ ਸਾਖੀਆਂ ਸਾਰੀਆਂ ਬਣਾ ਕੇ ਦੇਤੀਆਂ। ਸ਼ਰਧਾ ਕੀਤੀ ਜਾ ਸਕਦੀ ਹੈ, ਭਰੋਸਾ ਨਹੀਂ ਕੀਤਾ ਜਾ ਸਕਦਾ ਇਹਨੂੰ। ਠੀਕ ਹੈ। ਸ਼ਰਧਾ ਦੀ ਜਿਹੜੀ ਹੁੰਦੀ ਹੈ, ਸ਼ਰਧਾ ਵਾਲੀ ਸਿੱਖੀ ਕੱਚੀ ਹੁੰਦੀ ਹੈ, ਪੱਕੀ ਨਹੀਂ ਹੁੰਦੀ। ਠੀਕ ਹੈ। ਭਰੋਸੇ ਵਾਲੀ ਪੱਕੀ ਹੁੰਦੀ ਹੈ। ਸਿੱਧ ਕਰ ਭਰੋਸਾ। ਮਾਨੋ ਕੀ ਟੇਕ ਵਰਤੀ ਸਭ ਜਾਣ। ਜੇ ਇਹਦੇ ਤੇ ਇਹ ਗੱਲ ਨੂੰ ਮੰਨ ਲਈਏ, ਭਰੋਸਾ ਕਰ ਲਈਏ, ਫਿਰ ਆਦਮੀ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਉੱਥੇ ਟੇਕ ਨਹੀਂ ਰੱਖੀ ਜਾ ਸਕਦੀ। ਆਦਮੀ ਚਾਹੇ ਕੋਈ ਵੀ ਹੋਵੇ, ਗੁਰਬਾਣੀ ਨਹੀਂ ਜਾ ਸਕਦੀ ਆਦਮੀ ਤੇ ਟੇਕ ਰੱਖੀਏ। ਜੇ ਰੱਖਾਂਗੇ ਤਾਂ ਵਿਰਤੀ ਹੈ। ਅੱਜ ਜਿਹੜੇ ਸਿੱਖਾਂ ਨੇ ਆਦਮੀ ਤੇ ਟੇਕ ਰੱਖੀ ਹੈ, ਸਿੱਖੀ ਉਹਦੀ ਹੈ ਉਹਨਾਂ ਕੋਲ ਰਹੀ। ਵਿਰਤੀ ਚਲੀ ਗਈ। ਹੁਕਮ ਹੀ ਨਹੀਂ ਸੀ ਟੇਕ ਰੱਖੀ, ਤਾਂ ਤੁਸੀਂ ਰੱਖੀ ਕਿਉਂ? ਜਿਹਨਾਂ ਨੇ ਰਖਾਈ ਕਿਉਂ ਰਖਾਈ?
ਜਵਾਬ ਉਹ ਦੇਣ ਕਿਉਂ ਰਖਾਈ। ਠੀਕ ਹੈ ਜੀ। ਜੇ ਗੁਰਬਾਣੀ ਕਹਿੰਦੀ ਹੈ ਰੱਖਣੀ, ਤੁਸੀਂ ਕਿਉਂ ਰਖਾਈ। ਸਿੱਖੀ ਦੇ ਕਾਤਲ ਨੇ ਉਹ ਆਦਮੀ ਜਿਹੜੇ ਆਦਮੀ ਤੇ ਹੁੰਦੇ ਨੇ। ਠੀਕ ਹੈ ਜੀ। ਜਲਦੀ ਤੇਗ ਛਡਾਤੀ, ਉਹਦੀ ਛਡਾਤੀ, ਉਹਦਾ ਨਾਲ ਛਡਾਤਾ, ਆਦਮੀ ਦਾ ਫੜਾਤਾ, ਮਾਇਆ ਚ ਰਹਿ ਗਿਆ ਫਿਰ। ਠੀਕ है। हाँ, देवा को एक भगवान जिसके दिए रहे गाए, बहुत तृष्णा लाभे आए, मारे राखे एको आप, मानुख मार सके हाथ आता जब ही खत्म करती गल। आदमी के तो हथ के कख नहीं है। अज प्रचार की हो रहा है, इस गल के खिलाफ है सारा प्रचार सिक्खी का। सारी और अरदास की साडी टेक मानस के उत्ते है। अज सारी बाणी पढ़ के जी अरदास है मानस के उत्ते टेक है सारी। सिक्खी तो उल्ट प्रचार, मानस के उत्ते टेक है सिखा की। सिक्खी भावते ने सिक्खी उत्ते कितने रहेगी। सिक्खी तो तुसीं रहने नहीं दिती। मानस के उत्ते टेक, माया के उत्ते टेक है। आदमी है ना मानता, शरीर है ना मानस। माया के टेक है, गोल करेगी, गुरु चला गया। ज्ञान गुरु गायब हो गया तो गोल करेगी। मानस के टेक का रिजल्ट ये होया, माया के टेक का रिजल्ट ये होया, गोल करेगी, गुरु गायब। एक रह गया चिट्ठी गायब, एक भेस रह गया। ठीक है। केस रख लो, पगड़ी रख लो, दस्तार रख लो, कृपान पा लो, अमृत ले लो, ये रह गया। शिक्षा गायब, शिक्षा खत्म। सच गायब हो गया, झूठ रह गया। शिक्षा थी सच्ची, तो सिक्ख्या सच्ची सी, गुरबाणी की सिक्ख्या सच्ची सी। सिख सच्ची ले, सचता पर जानिए, जो सिख सच्ची ले। सिख की देन लागे, केस रखो, ये सिक्खिया। दस्तार सजाओ, सिख सजो, सिक्ख्या तो है। अगे भी तो है ही नहीं। हाजी हो। हाँ जी। ਪਹਿਲਾਂ ਗੁਰੂ ਨਾਨਕ ਵੇਲੇ ਉਹਨਾਂ ਨੇ ਵਿਚਾਰਧਾਰਾ ਬਦਲੀ ਸੀ, ਕੇਸ ਰੱਖਣ ਨੂੰ ਕਿਸੇ ਨੂੰ ਨਹੀਂ ਕਿਹਾ। ਸਿੱਖ ਬਾਣੂ ਕਿਸੇ ਨੂੰ ਨਹੀਂ ਕਿਹਾ, ਸਿੱਖੀ ਦੇਤੀ, ਸਿੱਖ ਜਾਂ ਸਿੱਖਿਆ ਦੇਤੀ, ਸਿੱਖ ਤਾਂ ਬਣ ਗਿਆ। ਉਹਨੂੰ ਰੌਲਾ ਪਾਉਣ ਦੀ ਲੋੜ ਹੈ ਤੈਨੂੰ ਸਿੱਖ ਬਣਾਉਣ। ਸਿੱਖੇ ਤਾਂ ਬਣਾ ਰਹੇ ਨੇ ਸਿੱਖਿਆ ਦੇ ਕੇ। ਉਹ ਸਿੱਖਿਆ ਦੇ ਕੇ ਸਿੱਖ ਆਪੇ ਬਣ ਗਿਆ। ਤੇ ਕੋਈ ਭੇਦ ਨਾ ਹੁੰਦਾ। भी सिख बनाता उन्होंने, काजी को भी सिख बनाता। काजी भी है, सिख भी है। पंडित भी है, सिख भी है। ब्राह्मण भी है, सिख भी है। उदासी भी है, सिख भी है। सियासी भी है, सिख भी है। सिक्ख्या जो देती गुरमती, जे गुरमत लै ली सिख बन गया। जो मर्जी रखे, की फर्क पे जू देखना। दवाई एक बुढ़ी चल के देती, कागज कहा जाइए, अखबार के कागज देती, प्लास्टिक के कागज देती, किसी रसाले का कागज है, किसी किताब का कागज है। वो कागज कुड़ी बन के देती, कागज कहा जाओ तो की लेना, दवाई अंदर की है वो देखनी है। जी अंदर की दवाई पाई है वो देखनी। बाहर की कुड़ी देखते ना, अंदर दवाई नहीं देखते की है। जी कुड़ी दिती है, बन के दवाई दिती है, हुए का इलाज वाली, वो देखो की है। बाहर कुड़ी तो की लेना, कागज की। बाहर का कपड़ा है, शरीर का कागज है की है। अंदर की है पाया हुआ सवाल है। बाहर का कागज रखते, अंदर की दवाई खड़ती। उसकी की बात कर असल च आप सिख नहीं बनना सी। इन्होंने लोगों ने सिक्खी की लोड़ नहीं सी।
ਲੋੜ ਸੀ ਰਾਜ ਦੀ, ਲੋੜ ਸੀ ਮਾਇਆ ਦੀ, ਚਾਰ ਹੋਇਆ। ਹੁਣ ਉਹ ਰਾਜਬਰੀ ਰਹਿੰਦਾ ਜੇ ਬਾਹਰ ਦੀ ਸਿੱਖੀ ਨਹੀਂ ਰਹੀ, ਠੀਕ ਹੈ, ਵੋਟਾਂ ਨਹੀਂ ਰਹੀਆਂ। ਹੁਣ ਬਾਹਰ ਦੀ ਸਿੱਖੀ ਦਾ ਪ੍ਰਚਾਰ ਵੋਟਾਂ ਵਾਸਤੇ ਹੀ ਕਰਦੇ ਨੇ, ਅੰਦਰਲੀ ਸਿੱਖੀ ਦੇ ਪ੍ਰਚਾਰ ਦੀ ਵੋਟ ਇਹਨਾਂ ਨੂੰ ਉਹਦਾ ਵੋਟਾਂ ਵਾਸਤੇ ਕਰਦੇ ਨੇ ਪ੍ਰਚਾਰ। ਅੰਦਰਲੀ ਸਿੱਖੀ ਦਾ ਪ੍ਰਚਾਰ ਦੀ ਲੋੜ ਇਹਨਾਂ ਨੂੰ, ਬਾਹਰਲੀ ਦਾ ਲੋੜ। ਅੰਦਰਲੀ ਦਾ ਕੱਢ ਕੇ ਫਿਰ ਆਪ ਸੁਧਰਨਾ ਪਊਗਾ, ਕਰਪਸ਼ਨ ਨਹੀਂ ਕਰ ਸਕਦੇ, ਠੀਕ ਹੈ, ਭੇਦਭਾਵ ਨਹੀਂ ਕਰ ਸਕਦੇ, ਫਿਰ ਇਕੱਲੇ ਸਿੱਖਾਂ ਦਾ ਭਲਾ ਨਹੀਂ ਸੋਚ ਸਕਦੇ। ਠੀਕ ਹੈ, ਉਹ ਆਦਤਾਂ ਛੱਡਣੀਆਂ ਨਹੀਂ ਹੈ ਇਹਨਾਂ ਨੇ, ਗੁਰਮੁਖਾਂ ਦੀਆਂ। ਫਿਰ ਤਾਂ ਗੁਰਮੁਖ ਬਣਨਾ ਪੈ ਜਾਊਗਾ। ਗੁਰਮੁਖ ਬਣਨਾ ਨਹੀਂ ਅਸੀਂ, ਖੋਟ ਅੰਦਰੋਂ ਕੱਢਣੀ ਨਹੀਂ ਅਸੀਂ। ਇਸ ਕਰਕੇ ਭੇਖ ਦਾ ਹੀ ਪ੍ਰਚਾਰ ਕਰਾਂਗੇ ਅਸੀਂ, ਦੂਆ ਨਹੀਂ ਕਰ ਸਕਦੇ। ਦੂਆ ਦਾ ਬਦਲ ਕੇ ਰੱਖ ਤੂੰ ਸਭ ਕੁਛ। ਦੂਆ ਪ੍ਰਚਾਰ ਜੇ ਗੁਰਮਤ ਦਾ ਪ੍ਰਚਾਰ ਤਾਂ ਫਿਰ ਤਾਂ ਬਦਲਣਾ ਪੈ ਜੂ। ਬਦਲਣਾ ਵੀ ਹੈ ਜੀ, ਖੋਟ ਅੰਦਰੋਂ ਕੱਢਣੀ ਨਹੀਂ। ਬਾਕੀ ਲੋਕਾਂ ਵਰਗੇ ਹੀ ਰਹਿਣਾ, ਲੈਵਲ ਬਾਹਰਲਾ ਚਾਹੀਦਾ। ਹਾਂਜੀ, ਅੰਦਰ ਪਤਾ ਇਸ ਗੱਲ ਦਾ, ਦੁਨੀਆ ਕਿਹੜਾ ਜਾਣਦੀ। ਠੀਕ ਹੈ ਜੀ, ਜਾਣਦੇ ਸਾਰੇ। ਠੀਕ ਹੈ ਜੀ। ਮਾਨੁਖ ਤੋਂ ਹਰ ਤੇ ਰੱਖਣੀਆਂ ਟੇਕ ਹੈ ਜੀ। ਹਾਂ, ਠੀਕ ਹੈ ਜੀ। ਸ਼ਲੋਕ ਜੀ, ਮਾਨੁਖ ਚਾਹੇ ਅੰਦਰਲੇ ਤੇ ਰੱਖਣੀ ਹੈ ਟੇਕ, ਹਰ ਤੇ ਰੱਖੀਏ ਟੇਕ, ਮਾਨੁਖ ਤੇ ਟੇਕ ਦੀ ਰੱਖਣੀ ਹੈ। ਤੇ ਜਿੱਥੇ ਕਹਿੰਦੇ ਦੇਵਨ ਕੋ ਇੱਕ ਹੈ ਭਗਵਾਨ, ਭਗਵਾਨ ਕਿਹਦਾ ਇੱਥੇ ਹੋਇਆ ਜੀ? ਸਾਰੇ ਪ੍ਰਥਾਈ ਦੱਸਿਓ। ਅੰਦਰਲੇ ਉਹੀ ਭਗਵਾਨ ਹੈ, ਉਹੀ ਹਰ ਹੈ। ਅੱਛਾ ਜੀ। ਇਹ ਤੋਂ ਹੀ ਮਿਲਣਾ ਜਿਹੜਾ ਕੋ ਮਿਲਣਾ ਤੈਨੂੰ, ਚਾਹੇ ਸੱਚਖੰਡ, ਚਾਹੇ ਆਪਣੇ ਕੋਲੋਂ ਲਵੇ, ਚਾਹੇ ਸੱਚਖੰਡ ਤੋਂ ਲਿਆ ਕੇ ਲਵੇ। ਜੇ ਨਾ ਮਿਲੂ ਤਾਂ ਵੀ ਸਤਿਗੁਰ ਤੇ ਮਿਲਣਾ ਤੈਨੂੰ। ਸਤਿਗੁਰ ਇਹ ਨਾਮ ਪਾਇਆ, ਸਿੱਧਾ ਤੈਨੂੰ ਨਾਮ ਮਿਲਣਾ ਹੀ ਨਹੀਂ ਹੈ। ਜੇ ਮਿਲਣਾ ਸਤਿਗੁਰ ਦੇ ਥਰੂ ਹੀ ਮਿਲਣਾ। ਠੀਕ ਹੈ, ਕਿਉਂਕਿ ਸੱਚਖੰਡ ਦਾ ਵਿਸ਼ਵਾਸ ਅੰਤਰ ਆਤਮਾ ਤੇ ਹੈ, ਉਹ ਸ਼ੁੱਧ ਹੈ। ਇਹਦੇ ਤੇ ਤਾਂ ਵਿਸ਼ਵਾਸ ਨਹੀਂ ਹੈ ਕਿਸੇ ਦਾ। ਠੀਕ ਹੈ, ਇਹਨੇ ਤਾਂ ਆਪਣੇ ਹਾਲ ਨੂੰ ਵਿਸ਼ਵਾਸ ਚ ਲੈਣਾ, ਆਪਣੇ ਭਗਵਾਨ ਨੂੰ ਵਿਸ਼ਵਾਸ ਦੋਣਾ ਵੀ ਮੈਂ ਇਮਾਨਦਾਰ ਹਾਂ। ਠੀਕ ਹੈ ਜੀ। ਜਿੱਦਾਂ ਉਹਨੂੰ ਵਿਸ਼ਵਾਸ ਹੋ ਗਿਆ ਉਦੋਂ ਦਵਾ ਦੂਗਾ, ਮਿਲ ਜੂਗਾ। ਹਾਂਜੀ, मानुख की टेक वृत्ति सब जान, देवन को एक भगवान, जिसके दिए रहे अगाए, बहु न तृष्णा लागे आए, मारे राखे इको आप, मानुख के किछ नहीं हाथ। हाँ जी, हाँ जी, मारे और राखे इको आप। ठीक है, कोई है जो रखा करता मारदा, जो साह लेना बंद कर दे जब मर जाता है। हाँ, ठीक है जी। वो पिछे हुक्म में जुड़िया होया, ठीक है, ये अलग गल है। ठीक है, वो सचखंड का ओदे ते विश्वास है, वो सचखंड की तरफ से ही बैठा है उन्होंने। ठीक है जी। ਜਦੋਂ ਉਹ ਦਿੰਦਾ ਤਾਂ ਇਹਨੂੰ ਆਨੰਦ ਆਉਂਦਾ। ਜਿਹੜਾ ਗਿਆਨ ਗੁਰਬਾਣੀ ਦਾ ਜਦ ਉਹ ਬੈਠ ਕੇ ਸਮਝਦਾ ਨਾ, ਉਹਦੇ ਨਾਲ ਬੈਠ ਕੇ ਸਮਝਦਾ, ਉਹਦੇ ਨਾਲ ਇੱਕ ਮਿਕ ਹੋ ਕੇ ਜਦ ਗੁਰਬਾਣੀ ਪੜ੍ਹਦਾ ਫਿਰ ਆਨੰਦ ਆਉਂਦਾ ਇਹਨੂੰ। ਆਪ ਜਪਾਏ ਜਪੇ ਸੁਣੋ, ਜਦ ਉਹ ਜਪਾਉਂਦਾ ਫਿਰ ਜਪਦਾ ਹੈ। ਜਿੰਨਾ ਚਿਰ ਆਪਣੇ ਦਿਮਾਗ ਨਾਲ ਆਪਣੀ ਵਿਦਿਆ ਦੇ ਜ਼ੋਰ ਤੇ ਜਪਦਾ ਹੈ, ਉਹਨਾਂ ਚਿਰ ਨਹੀਂ ਅਗਾਏ ਨਹੀਂ ਹੋ ਸਕਦਾ। ਠੀਕ ਹੈ, ਜਦ ਖੜੇ ਕਰ ਦਿੰਦਾ ਕਿਰਪਾ ਕਰ, ਉਹਦੀ ਕਿਰਪਾ ਮੰਗਦਾ, ਫੇਰ ਆਨੰਦ ਆਉਂਦਾ, ਫੇਰ ਅਗਾਏ। ਜਿਸਕੇ ਦੀਏ ਰਹੇ ਅਗਾਏ, ਬਹੁਤ ਨਾ ਤ੍ਰਿਸ਼ਨਾ ਲਾਗੇ ਆਏ, ਫੇਰ ਇਹਦੇ ਨੇੜੇ ਤ੍ਰਿਸ਼ਨਾ ਆਉਂਦੀ ਹੋਈ। ਠੀਕ ਹੈ, ਮਾਰੇ ਰੱਖੇ ਇੱਕੋ। ਹਾਂਜੀ, ਮਾਨਸ ਕੇ ਨਹੀਂ ਹੱਥ, ਆਦਮੀ ਦੇ ਹੱਥ से कुछ। ठीक है, इसका हुक्म बूझ सुख होए, ਉਹਦਾ ਪੁੱਜਣ ਨਾਲ ਸੁਖ ਹੈ। ਉਹਦੀ ਮਰਜ਼ੀ ਨੂੰ ਸਮਝਣ ਨਾਲ ਸੁਖ ਹੈ, ਸਮਝਣ ਵਿੱਚੇ ਸੁਖ ਹੈ। ਉਹ ਕੀ ਚਾਹੁੰਦਾ ਹੈ ਇਹਨੂੰ ਜੇ ਜਦ ਸਮਝ ਲਿਆ ਜਾਂਦਾ ਫਿਰ ਉਹ ਚ ਸੁਖ ਹੈ। ਠੀਕ ਹੈ, ਮੈਂ ਕੀ ਚਾਹੁੰਦਾ ਉਹ ਤਿਆਗਤਾ, ਮੈਂ ਆਪਣੀ ਮਰਜ਼ੀ ਤਿਆਗ ਕੇ ਉਹਦੀ ਮਰਜ਼ੀ ਅਨੁਸਾਰ ਚੱਲਦੇ ਹਾਂ, ਫਿਰ ਸੁਖ ਹੈ। ਇਸਕਾ ਨਾਮ ਰੱਖ ਕੰਠ ਪਰੋਏ, ਉਹਦਾ ਨਾਮ ਹੈ ਨਾ ਜਿਹੜਾ ਉਹਦਾ ਜਸ ਹੈ, ਇਹ ਹਰ ਵਕਤ ਕੰਠ ਚ ਪਰੋ ਕੇ ਰੱਖ, ਮਤਲਬ ਉਹਦਾ ਜਸੇਗਾ।
ਹੋਰ ਕਿਸੇ ਆਦਮੀ ਦਾ ਜਸ ਨਾ ਕਰ। ਠੀਕ ਹੈ ਜੀ। ਉਹਨੂੰ ਛੱਡ ਕੇ ਕਿਸੇ ਹੋਰ ਦਾ ਜਸ ਨਾ ਕਰ, ਕਿਸੇ ਵਿਅਕਤੀ ਦਾ ਜਸ ਨਾ ਕਰ। ਦੂਜਾ ਕਾਹੇ ਸਿਮਰਿਏ ਜੰਮੇ ਤੇ ਮਰ ਜਾਏ। ਠੀਕ ਹੈ ਜੀ। ਹਾਂ, ਜੋ ਜੰਮਿਆ ਮਰ ਗਿਆ ਉਹਦਾ ਜਸ ਨਹੀਂ ਕਰੀਦਾ ਹੁੰਦਾ। ਜਿਹੜਾ ਜੰਮਿਆ ਜੰਮਣ ਮਨ ਤੇ ਪਰੇ ਉਹਦਾ ਜਸ ਕਰੀਦਾ। ਠੀਕ ਹੈ ਜੀ। ਹਾਂ, ਹਾਂਜੀ। ਸਿਮਰ 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 ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੇ ਕੋਈ। ਸਿਮਰ 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 ਤਿੰਨੇ ਵਾਰ ਆਇਆ ਦੇਖੋ। ਫਿਰ ਵੀ ਹਾਂਜੀ। ਮਾਇਆ ਦੇ ਵਿੱਚ ਤਿੰਨੇ ਵਾਰ ਆਉਣਾ। ਨਿਹਾਲ 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 4 ਵਾਰ ਆ ਜਾਣਾ ਤਾਂ ਨਿਹਾਲ ਲਫ਼ਜ਼ ਹੋਣਾ। ਅੱਛਾ ਜੀ। ਉਹ ਉੱਥੇ ਸੱਚਖੰਡ 'ਚ ਵੀ ਨਿਹਾਲ ਹੋਈ ਹੈ, ਇੱਥੇ ਵੀ ਨਿਹਾਲ ਹੋਈ ਹੈ। ਫਿਰ ਹਾਂ, ਸਿਮਰ 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 ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੇ ਕੋਈ। ਉਹਦੇ ਸਿਮਰਨ ਦੇ ਵਿੱਚ ਬਿਘਨ ਨਹੀਂ ਹੈ ਕੋਈ ਵੀ ਲੱਗਦਾ। ਵਿਅਕਤੀ ਦੇ ਸਿਮਰਨ ਵਿੱਚ, ਹੋਰ ਕਿਸੇ ਦੇ ਸਿਮਰਨ ਵਿੱਚ, ਆ ਜਿਹੜੇ ਮਾਲਾ ਪੜ ਕੇ ਸਿਮਰਨ ਕਰਦੇ ਚ ਬਿਘਨ ਲੱਗਦੇ ਨੇ ਬਥੇਰੇ। ਬਿਘਨ ਕੀ ਲੱਗਦੇ ਨੇ? ਸਿਮਰਨ ਹੰਕਾਰ ਚ ਬਦਲੀ ਜਾਂਦਾ, ਭਰਮ ਪੈਦਾ ਹੋਈ ਜਾਂਦਾ ਹੈ ਸਿਮਰਨ। ਬਿਘਨ ਇਹ ਹਾਂ, ਇਹ ਭਰਮ ਪੈਦਾ ਹੁੰਦਾ। ਮੈਂ ਸਿਮਰਨ ਕਰਦਾ, ਸਿਮਰਨ ਹੋ ਨਹੀਂ ਰਿਹਾ। ਠੀਕ ਹੈ ਜੀ। ਹਾਂਜੀ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਬਿਲਕੁਲ ਹੁਣ ਸਪਸ਼ਟ ਕਰਤੀ ਗੱਲ। ਇਹ ਉਸਤਤ ਕਰਦੀ ਹੈ ਤਾਂ ਨਿਰੰਕਾਰ ਦੀ ਕਰ, ਜਿਹੜਾ ਜੰਮਿਆ ਮਰਿਆ ਕਦੇ ਵੀ ਉਹਦੀ ਨਾ ਕਰ। ਅੱਛਾ ਜੀ। ਉਸਤਤ ਮਨ ਮਹਿ, ਉਹ ਵੀ ਬੋਲ ਕੇ ਬਹੁਤਾ ਕਰਨ ਦੀ ਲੋੜ ਨਹੀਂ। ਕਰ ਆਪਣੇ ਉੱਤਰੇ ਦਿਖਾਵਾ ਕਿਸੇ ਨੂੰ ਤਾਂ ਨਹੀਂ ਸੁਣਾਉਣੀ, ਉਹ ਤਾਂ ਅੰਦਰ ਹੈ ਜਿਹਨੂੰ ਸੁਣਾਉਣੀ ਹੈ। ਠੀਕ ਹੈ ਜੀ। ਉਹ ਜਿਹਨੂੰ ਸੁਣਾਉਣਾ ਉਹ ਅੰਦਰ ਹੈ, ਤੂੰ ਲਾਊਡ ਸਪੀਕਰ ਲਾਇਆ ਹੈ ਬਾਹਰ। ਬਾਹਰ ਕਿਹਨੂੰ ਸੁਣਾਉਣੀ ਹੈ? ਠੀਕ ਹੈ ਜੀ। ਉਹਨਾਂ ਦਾ ਅੰਦਰ ਬੈਠਾ। ਜਿੱਥੋਂ ਨੰਬਰ ਮਿਲਣੇ ਨੇ ਸੋਨੇ ਦਾ ਕੁਝ ਤੈਨੂੰ ਮਿਲਣਾ, ਉਹਦਾ ਅੰਦਰ ਬੈਠਾ। ਬਾਹਰ ਦਾ ਸਪੀਕਰ ਲਾਇਆ, ਉਹਦੇ ਵਾਸਤੇ ਲਾਇਆ ਸਪੀਕਰ। ਉਹ ਸ਼ਾਇਦ ਤਾਂ ਲਾਇਆ ਵੀ ਉਹ ਲੋਕਾਂ ਨੂੰ ਪਤਾ ਲੱਗ ਜਾਏ ਵੀ ਇੱਥੇ ਪਾਠ ਹੁੰਦਾ ਕੁਝ, ਕੋਈ ਮੱਥਾ ਟੇਕਣ ਉਹ ਚੜਾਵੇ ਨੂੰ, ਉਹ ਬੋਲਣ ਵਾਸਤੇ ਲਾਇਆ ਸਪੀਕਰ। ਬਾਹਰ ਤਾਂ ਮਾਇਆ ਹੈ। ਜੇ ਮਾਇਆ ਨੂੰ ਸੁਣਾਓਗੇ ਤਾਂ ਮਾਇਆ ਆਊਗੀ ਉੱਥੋਂ। ਜੇ ਕੁਝ ਹੋਰ ਚਾਹੀਦਾ ਤਾਂ ਅੰਦਰ ਨੂੰ ਮਨ ਮੈਂ ਕਰਨ ਕਰ। ਮਨ ਮੈਂ ਕਰਨ ਨੂੰ ਕਿਹਾ ਸੀ। ਰਾਮ ਨਾਮ ਜਪ ਹਿਰਦੇ ਮਾਹੇ, ਅੰਦਰੇ ਜਪ। ਫਿਰ ਵੀ ਸਪੀਕਰ ਲਾਏ ਹੋਏ ਨੇ। ਨਾਲੇ ਉਹ ਬਾਣੀ ਜਦੋਂ ਆਪਾਂ ਕਹਿੰਦੇ ਮੁੱਲਾ ਮਨਾਰੇ ਕਿਹਾ ਸੀ ਸਾਈ ਨਾ ਬਹਿਰਾ ਹੋਏ, ਉਹ ਵੀ ਇਸ ਪ੍ਰਥਾਈ ਕਿਹਾ ਜੀ। ਉਹਨਾਂ ਨੂੰ ਤਾਂ ਕਹਿੰਦੇ ਆਪ ਨਹੀਂ ਨਾ ਮੰਨਦੇ। ਅਮਰ ਉਪਦੇਸ਼ ਆਪਣਾ ਕਰੇ, ਆਪਣੇ ਘਰ ਨੂੰ ਪਈਆ ਜਾਂ ਪਤਾ ਲੱਗਿਆ ਵੀ ਕੀ ਲੋੜ ਹੈ। ਉਹਦੀ ਲੋੜ ਸੀ, ਉਹੀ ਸਾਡੀ ਲੋੜ ਹੋ ਗਈ। ਲੋੜ ਹੋਈ ਹੋਗੀ ਸਾਡੀ। ਜਦ ਅਸੀਂ ਉਹ ਜਿਹਾ ਸਿਸਟਮ ਬਣਾ ਲਿਆ ਜਾਂ ਮੁੱਲਾ ਦਾ ਸੀ, ਸਾਡੀ ਉਹਦੇ ਵਾਲੀ ਲੋੜ ਸਾਡੇ ਵਾਲੀ ਲੋੜ ਹੋ ਗਈ। ਭੁੱਖੇ ਮੁੱਲਾ ਘਰੇ ਮਸੀਤ। ਹਾਂਜੀ ਹਾਂ। ਠੀਕ ਹੈ ਜੀ। ਠੀਕ ਹੈ ਜੀ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਅੰਮ੍ਰਿਤ ਪੀਣ ਤੋਂ ਪਹਿਲਾਂ ਰਸਨਾ ਨਿਰਮਲ ਚਾਹੀਦੀ ਹੈ। ਅੱਛਾ। ਜਿਹੜੇ ਅੰਮ੍ਰਿਤ ਛਕਾਉਂਦੇ ਨੇ, ਜੋ ਅੰਮ੍ਰਿਤ ਹੈ ਰਸਨਾ ਪਹਿਲਾਂ ਨਿਰਮਲ ਕਰਦੇ ਨੇ। ਉਹ ਕਹਿੰਦੇ ਰਸਨਾ ਪਹਿਲਾਂ ਨਿਰਮਲ ਹੋਵੇ, ਅੰਮ੍ਰਿਤ ਬਾਅਦ ਦੇ ਵਿੱਚ। ਦਸਮ ਪਾਤਸ਼ਾਹ ਨੇ ਤਾਂ ਜੇ ਪੌੜ ਦਿੱਤੀ ਸੀ, ਨਿਰਮਲ ਪਹਿਲਾਂ ਰਸਨਾ ਉਹਨਾਂ ਦੀ ਕਰ ਲਈ ਸੀ, ਉਹਨਾਂ ਦੀ ਪਹਿਲਾਂ ਪਰਖ ਕਰ ਲਈ ਸੀ।
ਉਹਨਾਂ ਦੀ ਰਸਨਾ ਨਿਰਮਲੇ ਸੀ। ਫਿਰ ਵੀ ਪੌੜੇ ਦਿੱਤੀ ਸੀ ਉਹਨਾਂ ਨੂੰ, ਅੰਮ੍ਰਿਤ ਨਹੀਂ ਸੀ ਕਿਹਾ। ਚਲੋ ਅੰਮ੍ਰਿਤ ਜੇ ਕਹਿਤਾ ਕੋਈ ਗੱਲ ਨਹੀਂ, ਪਰ ਪੌੜ ਦੀ ਕੀਮਤ ਜ਼ਿਆਦਾ ਹੈ। ਆਪਣੀ ਕਿਸਮ ਦੀ ਇੱਕੋ ਚੀਜ਼ ਹੈ ਪੌੜ, ਪਰ ਰਸਨਾ ਜਿਹੜੀ ਪਹਿਲਾਂ ਕਰਦੀ ਸੀ ਨਿਰਮਲ ਉਹ ਕੌਣ ਕਰੂਗਾ? ਵਰਦੀ ਬਾਅਦ ਦੇ ਵਿੱਚ ਹੈ, ਪਹਿਲਾਂ ਅੰਮ੍ਰਿਤ ਜਿਹੜਾ ਨਿਰਮਲ ਰਸਨਾ ਪਹਿਲਾਂ ਹੈ। ਹਿਰਦਾ ਨਿਰਮਲ ਪਹਿਲਾਂ ਹੈ। ਪਹਿਲਾਂ ਹਿਰਦਾ ਨਿਰਮਲ ਚਾਹੀਦਾ, ਪਹਿਲਾਂ ਵਿਚਾਰ ਨਿਰਮਲ ਚਾਹੀਦੇ ਨੇ, ਉਹਦੇ ਬਾਅਦ ਪੌੜ ਦੇਣੀ ਚਾਹੀਦੀ ਹੈ। ਉਹ ਗੱਦੇ ਭਾਂਡੇ 'ਚ ਪੌੜ ਪਾਈਦੀ ਹੈ। ਭਾਂਡਾ ਦਾ ਗੱਦਾ ਹੈ, ਹਿਰਦਾ ਦਾ ਪਟਾਰੀ ਹੈ, ਉਹ ਤੁਸੀਂ ਪੌੜ ਪਾਤੀ, ਨਿਕਲ ਜੂਗਾ। ਏਦਾਂ ਵੀ ਕਰੀਦਾ ਹੁੰਦਾ। ਪਹਿਲਾਂ ਭਾਂਡਾ ਧੋਈ ਦਾ ਹੁੰਦਾ। ਹਾਂ, ਫਿਰ ਬੈਠੋ ਤੂੰ ਦੁੱਧੇ ਕੋ ਜਾਓ। ਜੇ ਤੁਸੀਂ ਉਹ ਕੰਮ ਛੱਡਤਾ, ਰਿਜ਼ਲਟ ਵੀ ਕੁਛ ਨਹੀਂ ਹੈ, ਕੱਖ ਨਹੀਂ ਹੈ ਰਿਜ਼ਲਟ। ਮਜ਼ਾਕ ਦੇ ਪਾਤਰੇ ਬਣਦੇ ਹੋ। ਕਾਗਜ਼ਾਂ 'ਚ ਬਥੇਰੀਆਂ ਲਿਸਟਾਂ ਨੇ, ਨੂੰ ਅਸੀਂ ਅੰਮ੍ਰਿਤ ਪ੍ਰਾਪਤ ਕਰਾਤਾ, ਜਾ ਕੇ ਮੌਕੇ ਤੇ ਦੇਖੋ ਹੈ ਕੋਈ? ਸਿੱਖ ਲੱਭਣ ਤੇ ਕਹਿੰਦਾ ਸਿੱਖ ਤਾਂ ਕੋਈ ਹੋ ਜਾਏ। ਉਹ ਤੁਸੀਂ ਕੀ ਕਰਦੇ ਸੀ? ਉਹ ਜਿਹੜੇ ਤੁਸੀਂ ਪੌੜ ਦਿੰਦੇ ਫਿਰਦੇ ਹੋ, ਤੁਸੀਂ ਤਾਂ ਆਪ ਹੀ ਸਿੱਖ ਦੀ। ਇਹਦਾ ਮਤਲਬ ਹੈ ਜੇ ਸਿੱਖ ਕੋਈ ਵੀ ਨਹੀਂ, ਇਹ ਗੱਲ ਸੱਚ ਹੈ। ਤੁਸੀਂ ਤਾਂ ਆਪ ਹੀ ਸਿੱਖ ਦੀ, ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਹੋ ਜੋ, ਦੂਜਿਆਂ ਨੂੰ ਕੀ ਬਣਾਉਣਾ, ਆਪੇ ਬਣ ਜਾਓ, ਇੰਨਾ ਹੀ ਬਹੁਤ ਹੈ। ਆਓ, ਗੁਰੂ ਨਾਨਕ ਆਪੇ ਸਿੱਖ ਬਣ ਗਿਆ ਸੀ। ਜਿਹੜਾ ਇੱਕ ਬਣ ਜਾਵੇ ਉਹ ਬਹੁਤ ਕੁਝ ਕਰ ਦਿੰਦਾ ਹੈ, ਕੋਈ ਬਣੇ ਤਾਂ ਸਹੀ। ਉਹ ਹੈਗਾ ਇੱਕੋ ਹੀ ਬਣਾਇਆ ਸੀ, ਉਹ ਤੇ ਬਣਿਆ ਸੀ ਲੈਣਾ। ਬਹੁਤੇ ਗਲਤ ਬਣਾਉਣ ਨਾਲ ਠੀਕ ਇੱਕੇ ਬਹੁਤ ਹੁੰਦਾ। ਠੀਕ ਹੈ ਜੀ। ਬਣਾ ਬਹੁਤੇ ਲਏ ਸਾਰੇ ਹੀ ਗਲਤ, ਬਣਿਆ ਹੋਇਆ ਇੱਕੋ ਹੀ ਚੰਗਾ ਹੋਵੇ, ਸਹੀ ਹੋਵੇ ਇੱਕੋ ਹੀ ਬਥੇਰਾ। ਠੀਕ ਹੈ ਜੀ। ਹਾਂ, ਹਾਂਜੀ। ਸਦਾ ਸੁਹੇਲਾ ਕਰ ਲੈ ਜੀਓ। ਜੀਓ ਸਦਾ ਸਹੇਲ ਹੈ। ਜੇ ਪੀਓ ਅੰਮ੍ਰਿਤ ਜਲ ਪੀਵੇ, ਪਹਿਲਾਂ ਰਸਨਾ ਨੂੰ ਪਵਿੱਤਰ ਕਰ ਲਵੇ, ਹਿਰਦੇ ਨੂੰ ਸ਼ੁੱਧ ਕਰਕੇ ਪਾਵੇ ਪੌੜ ਲੈਣ ਤੋਂ ਪਹਿਲਾਂ ਹੀ ਜੇ ਹਿਰਦਾ ਸ਼ੁੱਧ ਹੋਵੇ, ਇਹ ਤਾਂ ਸਦਾ ਸਹੇਲਾ ਜੀਓ ਹੈ। ਠੀਕ ਹੈ ਜੀ। ਨੈਨੋ ਪੇਖ ਠਾकुर का रंग, साध संगी बिनसै सब संग। ਨੈਨੋ ਪੇਖੀ, ਅੱਖਾਂ ਨਾਲ ਪੇਖ ਠਾकुर का रंग, ਠਾकुर ਦਾ ਰੰਗ ਜੇ ਦੇਖਣਾ, ਅੰਦਰਲੀ ਅੱਖ ਨਾਲ ਦੇਖੋ। ਨਾਨਕ ਸੇ ਅੱਖੜੀਆਂ ਬਿਆਨ, ਉਹ ਅੱਖਾਂ ਹੋਰ ਨੇ, ਇਹਨਾਂ ਨਾਲ ਨਹੀਂ ਦੇਖਣਾ। ਇਹਨਾਂ ਅੱਖਾਂ ਨੂੰ ਨੈਣ ਨਹੀਂ ਕਹਿੰਦੇ, ਅੱਖਾਂ ਨੇ ਇਹ। ਠੀਕ ਹੈ। ਠਾकुर ਦਾ ਰੰਗ ਜੇ ਦੇਖਣਾ ਤਾਂ ਅੰਦਰਲੀ ਅੱਖ ਨਾਲ, ਨਾਨਕ ਸੇ ਅੱਖੜੀਆਂ ਬਿਆਨ, ਉਹ ਹੋਰ ਨੇ, ਅੱਖਾਂ ਇਹ ਦੀਆਂ। ਜਿਹਨਾਂ ਤੋਂ ਸਿੱਧੋ ਮਾਪਰੀ ਠਾकुर ਦਾ ਰੰਗ ਦੇਖਣ ਵਾਲੀ ਅੱਖ ਅੰਦਰ ਹੈ, ਉਹ ਖੋਲੋ ਪਹਿਲਾਂ। ਵੇਖ ਠਾकुर ਦਾ ਰੰਗ, ਸਾਧ ਸੰਗ ਬਿਰਸੈ ਸਭ ਸੰਗ। ਜੇ ਆਪਣਾ ਮਨ ਸੱਚ ਹੈ ਤਾਂ ਜਿੰਨੇ ਬਕਾਰ ਨੇ ਆਪੇ ਛੁੱਟ ਜਾਂਦੇ। ਬਕਾਰਾਂ ਦੀ ਸੰਗਤ ਛੱਡ ਦਿੰਦਾ ਆਪੇ, ਸਭ ਸੰਗ ਜਿੰਨੇ ਨਾਲ ਬਕਾਰ ਜੁੜੇ ਨੇ ਸਾਰੇ ਹੀ ਛੁੱਟ ਜਾਂਦੇ ਨੇ। ਜੇ ਗੁਰ ਸੱਜਵੇ, ਜੇ ਮਨ ਨੂੰ ਸਾਧ ਲਿਆ ਜਾਵੇ, ਬਕਾਰ ਸਾਰੇ ਹੀ ਛੁੱਟ ਜਾਂਦੇ ਨੇ। ਕੱਲੇ ਕੱਲੇ ਛਡਾਉਣ ਦੀ ਲੋੜ ਨਹੀਂ, ਮਨ ਨੂੰ ਸਾਧਨ ਦੀ ਲੋੜ ਹੈ, ਸਾਰੇ ਬਕਾਰ ਆਪੇ ਛੁੱਟ ਜਾਂਦੇ ਨੇ। ਠੀਕ ਹੈ ਜੀ। ਸਾਧ ਸੰਗੀ ਬਿਨਸੈ ਸਭ ਸੰਗ, ਇਹ ਦੂਸਰੇ ਸੰਗ ਬਕਾਰਾਂ ਦੀ ਗੱਲ ਹੋ ਰਹੀ ਹੈ। ਬਕਾਰ ਪਹਿਲਾਂ ਬਕਾਰਾਂ ਦੀ ਸੰਗਤ ਹੈ ਇਹਦੇ ਕੋਲ। ਠੀਕ ਹੈ ਜੀ। ਮਨ ਕੋਲ ਸਾਰੇ ਛੁੱਟ ਜਾਂਦੇ ਨੇ। ਠੀਕ ਹੈ ਜੀ।
ਕਾਮ ਕ੍ਰੋਧ ਲੋਭ ਕਾਰ ਮਨ ਵਾਲੇ ਜੁੜੇ ਹੋਏ ਨੇ ਸਾਰੇ ਇਹ। ਜਿੰਨੇ ਔਗਣ ਨੇ ਮਨ ਦੇ ਨਾਲੇ ਨੇ ਸਾਰੇ ਔਗਣ ਛੁੱਟ ਜਾਂਦੇ ਨੇ। ਠੀਕ ਹੈ ਜੀ। ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ। ਚਲਦੀ ਚਲੋ ਮਾਰਗ ਗੋਬਿੰਦ, ਜਿਹੜੇ ਅੰਦਰਲੇ ਪੈਰ ਨੇ ਚਰਣੀ ਨਹੀਂ ਹੈ, ਚਰਨ ਹੀ। ਹਾਂ ਚਰਨ ਚਲੋ। ਹਾਂ ਪੈਰਾਂ ਨਾਲ ਮਨ ਔਰ ਚਿੱਤ ਦੋਏ ਚੱਲਦੇ ਨੇ, ਦੋ ਹਿੱਸੇ ਨੇ ਨਾ। ਠੀਕ ਹੈ ਜੀ। ਚੱਲ ਹਿੱਸੇ ਹੁੰਦੇ ਨੇ ਦੋ, ਇੱਥੇ ਪੈਰ ਦੀ ਹਿੱਸੇ ਨੇ ਦੋ। ਠੀਕ ਹੈ ਜੀ। ਦੋ ਚਰਨ ਚਾਰ ਚਰਨ ਹਿੱਸਾ, ਦੋਏ ਹਿੱਸੇ ਚਿੱਤ ਔਰ ਮਨ ਇਹ ਚੱਲਣ ਦੋਏ ਇਕੱਠੇ ਹੋ ਕੇ ਚੱਲਦੇ। ਇਹ ਇਕੱਠੇ ਹੋਏ ਆਦਰ ਨਹੀਂ ਚੱਲ ਸਕਦੇ, ਇਹ ਇਕੱਠੇ ਹੋ ਕੇ ਚੱਲਣਗੇ। ਇਹ ਵੀ ਗੱਲ ਹੈ। ਦੇਖੋ ਸਾਡੇ ਪੈਰ ਅਡੋਡੀ ਦੇ ਤਾਂ ਚੱਲਦੇ ਨੇ, ਚਿੱਤ ਔਰ ਮਨ ਇਕੱਠੇ ਹੋ ਕੇ ਚੱਲਦੇ ਨੇ। ਇੱਕ ਪੈਰ ਮਾਰਗ ਗੋਬਿੰਦ ਚੱਲਣ ਵਾਸਤੇ ਚਿੱਤ ਔਰ ਮਨ ਦੇ ਵਿੱਚ ਇੱਕ ਹੋ ਕੇ ਚੱਲਿਆ ਜਾਊਗਾ, ਵਰਨਾ ਨਹੀਂ ਚੱਲਦੇ। ਉੱਥੇ ਧਿਆਨ ਚੱਲਣਾ, ਉਹਨਾਂ ਨੇ ਤਾਂ ਚੱਲਣਾ ਨਹੀਂ, ਧਿਆਨ ਚੱਲਣਾ। ਉਹਨਾਂ ਨੇ ਤਾਂ ਫਿਰ ਹੋਣਾ, ਧਿਆਨ ਤੇ ਚੱਲਣਾ, ਸੋਚ ਚੱਲਣਾ, ਬੁੱਧੀ ਨਹੀਂ ਬਦਲਣਾ, ਅਕਲੇ ਬਦਲੀ ਹੈ। ਮਾਰਗ ਗੋਬਿੰਦ ਮਿਟੇ ਪਾਪ ਜਪੀਏ ਪਾਪ, ਪਾਪ ਮਿਟ ਜਾਂਦੇ ਨੇ, ਹੁਕਮ ਦਾ ਵਿਰੋਧ ਕਰਨ ਛੱਡ ਜਾਂਦਾ ਮਨ। ਜਪੀਏ ਹਰ ਬਿੰਦ, ਹਾਰ ਜਿਹੜਾ ਹੈਗਾ ਉਹਨੂੰ ਇੱਕ ਬਿੰਦ ਇੱਕ ਛਿੜ ਜਪਣ ਦੇ ਨਾਲ ਹੀ ਮਿਟ ਜਾਂਦੇ ਨੇ। ਬਿੰਦ ਦਾ ਅਰਥ ਬਿੰਦ ਬਿੰਦ ਚੁੱਕ ਚੁੱਕ ਹੋਏ, ਉਹ ਬਿੰਦ ਬਿੰਦ ਚੁੱਕ ਹੈ ਜਿਹੜਾ ਉਹ ਬਿੰਦ ਹੈ ਇੱਥੇ। ਅੱਛਾ ਜੀ। ਹਾਂ ਛਿੜ ਵਿੱਚ ਥੋੜਾ ਸਮਾਂ। ਹਾਂਜੀ ਹਾਂ ਥੋੜੇ ਸਮੇਂ ਚ ਮਿਟ ਜਾਂਦੇ। ਪੁਰਾਣੀ ਭਾਸ਼ਾ ਚ ਵਰਤਦੇ ਸੀ ਬਿੰਦਕ ਠਹਿਰੀ ਬਿੰਦਕ ਖੜੀ। ਹਾਂ ਉਹੀ ਸੈਂਸ ਵਿੱਚ। ਠੀਕ ਹੈ। ਠੀਕ ਹੈ ਵੀ ਜੇ ਹਰ ਨੂੰ ਇੱਕ ਛਿਣ ਵਾਸਤੇ ਵੀ ਜਾਣ ਲਈਏ ਆਪਾਂ ਤਾਂ ਸਾਰੇ ਪਾਪ ਮਿਟ ਜਾਂਦੇ। ਠੀਕ ਹੈ ਜੀ। ਉਹ ਇੱਕ ਵਾਰੇ ਜਾਣਨੇ ਦਰਸ਼ਨ ਹੋਣਾ ਉਹਦਾ ਹਰ ਦਾ, ਹੋਰ ਕੀ ਹੋਵੇ। ਠੀਕ ਹੈ ਜੀ। ਹਾਂਜੀ ਕਰ ਕਹਿੰਦੇ ਇੱਕ ਛਿਣ ਦਰਸ਼ਨ ਦਿਖਾਏ ਜੀ, ਉਹ ਛਿਣੇ ਬਿੰਦ ਹੈ। ਠੀਕ ਹੈ ਜੀ। ਹਾਂ ਗੁਰਮੁਖੀ ਨਾਮ ਜਪੀਏ ਇੱਕ ਵਾਰ ਜਪਣੇ, ਇੱਕ ਬਿੰਦ ਚ ਜਪਿਆ ਜਾਣ। ਠੀਕ ਹੈ ਜੀ। ਹਾਂ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗਾਹ ਨਾਨਕ ਉਜਲ ਮੱਥਾ। ਕਰ ਕੀ ਹੈ? ਮਹਾਰਾਜ ਚਿੱਤ ਦਾ ਜਿਹੜਾ ਦੋਹਾਂ ਦੀ ਕਿਰਿਆ ਕਰਮ ਹੈ। ਮਹਾਰਾਜ ਚਿੱਤ ਨੇ ਜੋ ਕਰਨਾ ਉਹ ਕਰ ਹੈ। ਹਰ ਕਰਮ ਜੋ ਹਰ ਵਾਲਾ ਕਰਮ ਹੈ ਉਹ ਕਰਨਾ ਹੈ। ਮਨ ਨੇ ਆਪਣੇ ਵਾਲਾ ਕਰਮ ਛੱਡ ਦੇਣਾ। ਮਨ ਕਰਦਾ ਸਰੀਰ ਨਾਲ ਜੋ ਕੁਝ ਕਰਦਾ ਹੈ। ਠੀਕ ਹੈ ਜੀ। ਜੀਵ ਕਰਦਾ ਜੋ ਸਰੀਰ ਨਾਲ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ। ਜੋ ਹਰ ਕਰਦਾ ਹੈ, ਹਰ ਕੀ ਕਰਦਾ ਹੈ? ਹਰ ਕਰਦਾ ਬਿਨਾਂ ਸਰੀਰ ਤੇ, ਬਿਨਾਂ ਸਰੀਰ ਤੇ ਹਰ ਵਾਲਾ ਕਰਮ। ਨਿਰਾਕਾਰ ਦੀ ਵਿਚਾਰ ਕਰਦਾ, ਮਨ ਵਿਚਾਰ ਕਰਦੀ, ਰਾਮ ਨਾਮ ਦੀ ਵਿਚਾਰ ਕਰਦੀ। ਠੀਕ ਹੈ ਜੀ। ਹਰ ਵਾਲਾ ਕਰਮ ਕਰ, ਜੋ ਹਰ ਕਰਦਾ ਨਾ ਜੁੜਿਆ ਆਪਣੇ ਮੂਲ ਨਾਲ, ਹਰ ਸੱਚ ਨਾਲ ਜੁੜਿਆ ਸਚਿਆਰਾ ਹੈ, ਉਹ ਤੂੰ ਵੀ ਸਚਿਆਰਾ ਹੋ। ਉਹ ਹਰ ਵਕਤ ਭਾਣੇ ਚੱਲਦਾ, ਤੂੰ ਭਾਣੇ ਚ ਚੱਲ। ਹਰ ਕਦੇ ਵੀ ਆਪਣੇ ਸੱਚਖੰਡ ਤੇ ਵੱਖਰਾ ਨਹੀਂ ਹੋਇਆ, ਉਹਨਾਂ ਦੇ ਖਿਲਾਫ ਨਹੀਂ ਚੱਲਦਾ, ਤੂੰ ਵੀ ਨਾ ਚੱਲ। ਹਰ ਵਾਲਾ ਕਰਮ ਹਰ ਕਰਦਾ, ਉਹ ਸਦਾ ਜਿਉਂਦਾ ਰਹਿੰਦਾ, ਤਾਂ ਹੀ ਤੂੰ ਵੀ ਸਦਾ ਜਿਉਂਦਾ ਤਾਂ ਹੀ ਰਹਿ ਸਕਦਾ। ਤੇਰਾ ਹੁਣ ਜਾਣ ਜਦ ਮਿਟੂਗਾ ਜਾਂ ਹਰ ਵਾਲਾ ਕਰਮ ਤੂੰ ਕਰੇਗਾ। ਹਰ ਕਰਮ ਹਰ ਕਥਾ ਮਨ ਤੇ ਚਿੱਤ ਨੂੰ ਕਿਹਾ ਹੈ ਜੀ ਵੀ ਹਰ ਵਾਲਾ ਕਰਮ ਕਰੋ। ਨਹੀਂ ਜੀ, ਮਨ ਨੂੰ ਕਿਹਾ ਹਰ ਵਾਲਾ ਚਿੱਤ ਦਾ ਕਰਦਾ ਹੀ ਹੈ ਪਹਿਲਾਂ ਹੀ। ਅੱਛਾ ਅੱਛਾ, ਕਿਉਂਕਿ ਕਰ ਇੱਥੇ ਦੂਆ ਕਰ ਹੈ ਨਾ, ਕਰਾਰਾ ਕਰ ਹੈ। ਹਾਂ ਠੀਕ ਹੈ ਜੀ। ਹਰ ਦਰਗਾਹ ਨਾਨਕ ਉਜਲ ਮੱਥਾ। ਤੇਰਾ ਉਜਲ ਹੋ ਜਾ, ਇਹੀ ਕਲੰਕਤ ਹੋਇਆ ਹੈ ਮਨੇ। ਠੀਕ ਹੈ ਜੀ।
ਮਨੇ ਮੈਲਾ ਹੋਇਆ ਹੈ ਤੇ ਤੂੰ ਵੀ ਉਜਲ ਹੋ ਜਵੇਂ। ਮੈਲ ਮਨ ਨੂੰ ਲੱਗੀ ਹੋਈ ਹੈ ਨਾ ਵੀ ਤੇਰੀ ਮੈਲ ਲੈ ਜੇ। ਠੀਕ ਹੈ। ਹਾਂ ਵਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ। ਜਿਹੜੇ ਸਦਾ ਸਦਾ ਹਰ ਕੇ ਗੁਣ ਗਾਉਂਦੇ ਨੇ ਜੱਗ ਵਿੱਚ ਆਦਮੀ ਉਹ ਵੱਡੇ ਭਾਗਾਂ ਵਾਲੇ। ਇਹਦੇ ਚ ਕੋਈ ਸ਼ੱਕ ਹੈ ਹੀ ਨਹੀਂ। ਇਹਦੇ ਚ ਕੀ ਸ਼ੱਕ ਵਾਲੀ ਗੱਲ? ਵੱਡੇ ਭਾਗਾਂ ਵਾਲੇ ਹਨ। ਹਾਂਜੀ। ਔਰ ਪੈਸੇ ਕਰਕੇ ਜਾਇਦਾਦ ਕਰਕੇ ਕੋਈ ਵੱਡੇ ਉਹਦੇ ਕਰਕੇ ਵੱਡੇ ਭਾਗ ਗੁਰਬਾਣੀ ਨਹੀਂ ਮਿਲਦੀ। ਜਿਹੜੇ ਹਰ ਕੇ ਗੁਣ ਗਾਉਂਦੇ ਨੇ ਦਰਗਾਹ ਦੇ ਵਿੱਚ ਉਹਨਾਂ ਦੇ ਵੱਡੇ ਭਾਗ ਮਿਲਦੇ। ਠੀਕ ਹੈ। ਹਾਂ ਸੰਸਾਰ ਚਾਹੇ ਬੰਦੇ ਇਸ ਗੱਲ ਨੂੰ ਚਾਹੇ ਨਾ ਬੰਦੇ, ਸੰਸਾਰ ਦਾ ਭਗਤਾਂ ਦਾ ਜੋੜ ਨਹੀਂ ਆਇਆ ਕਦੇ। ਠੀਕ ਹੈ। ਹਾਂ ਹਾਂਜੀ। ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਣੀ ਸੰਸਾਰ। ਜਿਹੜੇ ਰਾਮ ਨਾਮ ਦੀ ਵਿਚਾਰ ਕਰਦੇ ਨੇ ਸੰਸਾਰ ਦੇ ਵਿੱਚ ਧਨਵਾਨ ਉਹੀ ਨੇ। ਹੁਣ ਸੰਸਾਰ ਤਾਂ ਇਹ ਗੱਲ ਮੰਨਦਾ ਨਹੀਂ, ਪਰ ਸਰਕਾਰ ਦੇ ਵਿੱਚ ਇਹੀ ਗੱਲ ਪ੍ਰਵਾਨ ਹੈ। ਭਗਤਾਂ ਦੀ ਬੋਲੀ ਚ ਗੁਰਮੁਖੀ ਬੋਲੀ ਚ ਗੁਰਮੁਖਾਂ ਦੇ ਘਰ ਹੀ ਪ੍ਰਵਾਨ ਹੈ। ਰਾਮ ਨਾਮ ਦੀ ਵਿਚਾਰ ਵਾਲਾ ਧਨਵਾਨ ਹੈ। ਸੰਸਾਰੀ ਧਨ ਦੌਲਤ ਵਾਲਾ ਧਨਵਾਨ ਨਹੀਂ ਹੈ। ਉਹ ਕੰਗਾਲ ਹੈ, ਉਹ ਕਿਰਪਨ ਹੈ, ਕਠੋਰ ਹੈ। ਤੇ ਬੋਲੀ ਬਦਲ ਗਈ, ਸਾਡੀ ਬੋਲੀ ਹੋਰ ਹੈ, ਸੰਸਾਰ ਦੀ ਬੋਲੀ ਹੋਰ। ਸੰਸਾਰ ਦਾ ਦ੍ਰਿਸ਼ਟੀਕੋਣ ਹੋਰ ਹੈ, ਸਾਡਾ ਹੋਰ ਹੈ। ਠੀਕ ਹੈ। ਇਹ ਪੜ੍ਹਾਈ ਤਾਂ ਅਸੀਂ ਕਰਾਉਂਦੇ ਹੀ ਨਹੀਂ ਜਵਾਕਾਂ ਨੂੰ ਆਪਣੇ। ਸਿੱਖੀ ਕਿੱਥੋਂ ਆਉਣੀ ਸੀ? ਠੀਕ ਹੈ। ਇਹ ਤਾਂ ਦ੍ਰਿਸ਼ਟੀਕੋਣ ਨਹੀਂ ਹੈ ਸਾਡਾ। ਸਾਡਾ ਸਾਡਾ ਦ੍ਰਿਸ਼ਟੀਕੋਣ ਸੰਸਾਰ ਵਾਲਾ ਹੀ ਹੈ। ਗੁਰੂ ਕਰਕੇ ਦ੍ਰਿਸ਼ਟੀਕੋਣ ਨਹੀਂ ਸੀ ਪੜ੍ਹਾਇਆ ਜਾਂਦਾ ਬੱਚਿਆਂ ਨੂੰ। ਦ੍ਰਿਸ਼ਟੀਕੋਣ ਹੀ ਬਦਲਿਆ ਹੋਇਆ ਸੀ। ਠੀਕ ਹੈ। ਹਾਂਜੀ ਹਾਂਜੀ। ਮਨ ਹੀ ਤਨੀ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ। ਮਨ ਕਰਕੇ ਤਨ ਕਰਕੇ ਹਰ ਬੁੱਧੀ ਕਰਕੇ ਬੁੱਧੀ ਕਰਕੇ ਜਾਂ ਮਨ ਕਰਕੇ ਜਾਂ ਚਿੱਤ ਕਰਕੇ। ਚਿੱਤ ਜੋ ਪੈਦਾ ਹੋਇਆ ਹੈ ਨਾ ਮਨ। ਠੀਕ ਹੈ। ਮਨ ਦਾ ਸਰੀਰ ਕੀ ਹੈ ਜਿੱਥੋਂ ਪੈਦਾ ਹੋਇਆ। ਹਰ ਬੋਲੇ ਹਰ ਮੁਖੀ। ਦਲੇ ਮੂੰਹ ਨਾਲ ਬੋਲੇ, ਦਲੇ ਨਾਲ ਹਰ ਬੋਲੇ। ਨਿਰਾਕਾਰ ਦੀ ਗੱਲ ਕਰੇ, ਹਰ ਬੋਲਣਾ ਨਿਰਾਕਾਰ ਦੀ ਗੱਲ ਤਾਂ ਹਰ ਮੁਖੀ ਹੈ। ਠੀਕ ਹੈ। ਜੇ ਨਿਰਾਕਾਰ ਦੀ ਗੱਲ ਕਰੂਗਾ ਹਰ ਵਾਲਾ ਮੁਖ ਹੈ, ਇਹਦਾ ਫਿਰ ਬਾਹਰ ਵਾਲਾ ਮੁਖ ਨਹੀਂ ਹੈ। ਸਦਾ ਸਦਾ ਜਾਣੋ ਤੇ ਸੁਖੀ। ਇਹ ਜਾਣ ਲਓ ਵੀ ਸਦਾ ਹੀ ਸੁਖੀ। ਸਦਾ ਸੁਖ ਉਹਨਾਂ ਦੇ ਹੈਗਾ ਕਰਮ ਚ। ਸਦਾ ਹੀ ਸੁਖੀ ਰਹਿਣਗੇ। ਉਹ ਉਹਨਾਂ ਨੂੰ ਉਹਨਾਂ ਨੂੰ ਦੁੱਖ ਦੁਖੀ ਨਹੀਂ ਕਰ ਸਕਦੇ। ਉਹਨਾਂ ਵਾਸਤੇ ਉਹਨਾਂ ਦੇ ਵਾਸਤੇ ਦੁੱਖ ਕੋਈ ਚੀਜ਼ ਨਹੀਂ ਹੈ ਸੰਸਾਰ ਚ। ਇੱਥੇ ਨਾ ਉੱਥੇ ਉਹਨਾਂ ਵਾਸਤੇ ਦੁੱਖ ਕੋਈ ਚੀਜ਼ ਨਹੀਂ। ਸਦਾ ਸਦਾ ਜਾਣੂ ਤੇ ਸੁਖੀ। ਏਕੋ ਏਕ ਪਛਾਨੈ ਇਤੁਤ ਕੀ ਉਹ ਸੋਝੀ ਜਾਣੈ। ਇੱਕੋ ਇੱਕ ਪਹਿਲਾਂ ਤਾਂ ਆਪ ਇੱਕੋ ਇੱਕ ਹੋਵੇ, ਉਹਦਾ ਚੇਤਰ ਮਨ ਇੱਕ ਹੋਵੇ। ਫਿਰ ਉਹ ਆਪਣੇ ਆਪ ਨੂੰ ਪਛਾਣ ਲਵੇ। ਏਕ ਨੂੰ ਜਦ ਪਛਾਣੂ ਜਦ ਆਪ ਇੱਕ ਹੋ ਜਾਏ। ਏਕ ਰਹਿਆ ਤਾਂ ਏਕੋ ਜਾਣਾ। ਜਦ ਆਪ ਇੱਕ ਹੋ ਕੇ ਰਹਿ ਗਿਆ ਫਿਰ ਇੱਕ ਨੂੰ ਜਾਣਦਾ ਹੈ। ਇੱਕੋ ਇੱਕ ਹੋ ਕੇ ਇੱਕ ਨੂੰ ਪਛਾਣ ਲੈਂਦਾ ਜਿਹੜਾ। ਪਛਾਣਨਾ ਇਹ ਤੋਂ ਕੀ ਉਹ ਸੋਚੀ ਜਾਂਦਾ। ਲੋਕ ਪਰਲੋਕ ਦੋਹਾਂ ਦਾ ਗਿਆਨ ਹੋ ਜਾਂਦਾ। ਠੀਕ ਹੈ। ਜਿਹੜਾ ਆਪ ਇੱਕ ਹੋ ਕੇ ਇੱਕ ਨੂੰ ਪਛਾਣਦਾ ਨਾ, ਜਿਹੜਾ ਪੜ੍ਹ ਕੇ ਇੱਕ ਨੂੰ ਸਮਝ ਲੈਂਦਾ, ਉਹ ਨਹੀਂ ਹੁੰਦਾ ਲੋਕ ਪਰਲੋਕ ਦਾ ਗਿਆਨ। ਜਿਹੜਾ ਆਪ ਇੱਕ ਹੋ ਕੇ ਇੱਕ ਨੂੰ ਪਛਾਣਦਾ ਹੈ
ਉਹ ਲੋਕ ਪਰਲੋਕ ਦੀ ਸੋਚੀ ਹੋ ਜਾਂਦੀ ਹੈ। ਠੀਕ ਹੈ ਜੀ। ਹਾਂ। ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ। ਨਾਮ ਦੀ ਸੰਗਤ ਕਰਕੇ ਨਾਮ ਨਾਲ ਜੁੜ ਕੇ ਹਾਂਜੀ। ਜਿਹਦਾ ਮਨ ਮੰਨ ਗਿਆ, ਮਨ ਦਾਸ ਨੂੰ ਮੰਨ ਗਿਆ, ਪਹਾੜ 'ਚ ਰਹਿਣ ਨੂੰ ਮੰਨ ਗਿਆ, ਮਨ ਨੇ ਆਪਣੀ ਮਰਜ਼ੀ ਛੱਡਤੀ, ਆਪਣੀ ਮਰਜ਼ੀ ਛੱਡਣ ਨੂੰ ਮੰਨ ਗਿਆ ਮਨ। ਠੀਕ ਹੈ ਜੀ। ਨਾਨਕ ਕਹਿੰਦਾ ਤੇਰੇ ਨਿਰੰਜਨ ਜਾਣੇ, ਉਹਨੇ ਨਿਰੰਜਨ ਜਾਣ ਲਿਆ ਕੀ ਹੁੰਦਾ। ਨਿਰਾਕਾਰੀ ਆਪਣਾ ਸਰੂਪ ਜਾਣ ਲਿਆ ਨਿਰੰਜਨ। ਠੀਕ ਹੈ ਜੀ। ਮਾਇਆ ਤੋਂ ਪਰੇ ਦਾ ਜਿਹੜਾ ਸਰੂਪ ਹੈ ਉਹਨੇ ਆਪਣਾ ਸਰੂਪ ਜਾਣ ਲਿਆ ਮਾਇਆ ਤੋਂ ਪਰੇ। ਇਹਦੇ ਨਿਰੰਜਨ ਜਾਣੇ। ਠੀਕ ਹੈ। ਗੁਰ ਪ੍ਰਸਾਦ ਆਪਨ ਆਪ ਸੁਝੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ। ਗੁਰਬਾਣੀ ਦਾ ਗਿਆਨ ਲੈ ਕੇ, ਗੁਰਬਾਣੀ ਦਾ ਗਿਆਨ ਸਮਝ ਕੇ, ਗੁਰਬਾਣੀ ਦੇ ਗਿਆਨ ਦੀ ਕਿਰਪਾ ਨਾਲ ਜੇ ਬੁੱਝ ਲਵੇ ਆਪਣਾ ਆਪ, ਗੁਰ ਪ੍ਰਸਾਦ ਆਪਣਾ ਬੁੱਝ, ਆਪਣਾ ਆਪ ਬੁੱਝ ਲਵੇ, ਆਪਣਾ ਜਿਹੜਾ ਹੈ ਵਜੂਦ, ਆਪਣਾ ਨਿਰਾਕਾਰੀ ਸਰੂਪ ਬੁੱਝ ਲਵੇ, ਇਸ ਕੀ ਜਾਣੋ ਤ੍ਰਿਸ਼ਨਾ ਬੁਝੈ। ਉਹਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਰਹਿੰਦੀ। ਬਿਰਲਾ ਹੀ ਹੁੰਦਾ ਹੈ ਤ੍ਰਿਸ਼ਨਾ, ਬਿਰਲੇ ਹੀ ਕੀ ਬੁਝੀ ਦੇ ਕਦੇ ਉਹਦੀ ਤ੍ਰਿਸ਼ਨਾ ਬੁਝ ਗਈ। ਕਿਉਂਕਿ ਨਿਰਾਕਾਰ ਜਿਹੜਾ ਹੈਗਾ ਤ੍ਰਿਸ਼ਨਾ ਤਾਂ ਸਰੀਰ ਕਰਕੇ ਹੈ, ਜੇ ਸਰੀਰ ਤੇ ਵੱਖਰਾ ਸਰੂਪ ਉਹਨੂੰ ਬੁਝ ਦਿੱਤਾ ਆਪਣਾ, ਤੇ ਤ੍ਰਿਸ਼ਨਾ ਕਾਹਦੀ ਰਹਿ ਗਈ। ਉਹਨੂੰ ਤਾਂ ਲੋੜ ਹੀ ਨਹੀਂ ਮਾਇਆ ਦੀ ਹੈ। ਉਹਦੇ ਵਾਸਤੇ ਤਾਂ ਮਾਇਆ ਅੱਗ ਹੈ। ਮਾਇਆ ਨਾਲ ਜੁੜਨਾ ਤਾਂ ਅੱਗ ਨਾਲ ਜੁੜਨਾ। ਠੀਕ ਹੈ ਜੀ। ਇਹ ਜਦੋਂ ਨਿਕਲ ਕੇ ਪਰੇ ਰਹਿੰਦਾ ਉਹ ਫਿਰ ਦੂਰ ਰਹਿੰਦਾ। ਜੇ ਜਨਮ ਤਾਂ ਆਪਣੇ ਆਪ ਬਚ ਕੇ ਰਹਿੰਦਾ ਮਾਇਆ ਤੋਂ, ਅਣਜਾਣ ਤੇ ਫਿਰ ਖੇਲ ਵਿੱਚ ਰਚੇ ਹਨ। ਉਹ ਤਾਂ ਫਿਰ ਤ੍ਰਿਸ਼ਨਾ ਆਪਣੀ ਜਾਂ ਮਾਇਆ ਤੇ ਆਪਣੇ ਆਪ ਨੂੰ ਦੂਰ ਰੱਖਦਾ ਮਾਇਆ ਤੇ ਸਭੋਂ। ਇਸ ਕੀ ਜਾਣੋ ਤ੍ਰਿਸ਼ਨਾ ਬੁਝੈ। ਹਾਂਜੀ। ਸਾਧ ਸੰਗੀ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ। ਆਪਣੇ ਮਨ ਨੂੰ ਸਾਧ ਲਿਆ ਜੀ ਤੇ ਹਰ ਹਰ ਜਸ ਫਿਰ ਕਹਿੰਦਾ ਸਾਧ ਕੇ ਮਨ ਨੂੰ, ਫੇਰ ਪੜਦਾ ਗੁਰਬਾਣੀ। ਮਨ ਨੂੰ ਸਦਨ ਦੇ ਬਾਅਦ ਜਾ ਗੁਰਬਾਣੀ ਪੜਦਾ ਨਾ, ਗੱਲ ਹੋਰ ਹੈ, ਜਾਂ ਪਹਿਲਾਂ ਪੜਦਾ ਗੱਲ ਹੋਰ ਹੈ। ਜਦ ਗੁਰਬਾਣੀ ਨੂੰ ਮਨ ਸਦਨ ਤੇ ਬਾਅਦ ਪੜਦਾ ਹੈ, ਮਨ ਇੱਕ ਚਿੱਤ ਹੋ ਕੇ ਇੱਕ ਟਿਕ ਕੇ ਪੜਦਾ ਗੱਲ ਹੋਰ ਹੈ, ਜਦ ਉਹਦਾ ਪੜਦਾ ਗੱਲ ਹੋਰ ਹੈ। ਫਿਰ ਜਾ ਹਰ ਜਸ ਕਹਿੰਦਾ ਸਰਬ ਰੋਗ ਤੇ ਹਰ ਜਨ ਰਹਿਤ। ਫਿਰ ਉਹ ਰੋਗ ਸਾਰੇ ਰੋਗ ਉਹਦੇ ਦੂਰ ਹੋ ਜਾਂਦੇ। ਫੇਰ ਰੋਗ ਦੂਰ ਹੁੰਦੇ ਨੇ, ਐਵੇਂ ਪਹਿਲਾਂ ਹੀ ਨਹੀਂ ਹੋ ਜਾਂਦੇ। ਫੇਰ ਉਹਦਾ ਹੋਵੇ ਰੋਗ ਦੂਰ ਹੁੰਦਾ, ਮਨ ਸੱਜ ਜਾਂਦਾ। ਜਦ ਉਹਦੇ ਬਾਅਦ ਆਂधी ਪਾਛੇ, ਪਹਿਲਾਂ ਤਾਂ ਗਿਆਨ ਕੀ ਆਂधी ਆਉਂਦੀ ਹੈ, ਆਂधी ਆਉਂਦੀ ਹੈ ਤਾਂ ਮਨ ਸੱਜ ਜਾਂਦਾ, ਸਾਧਿਆ ਜਾਂਦਾ। ਆਂधी ਪਾਛੇ ਜੋ ਜਲ ਵਰਸੇ, ਫੇਰ ਜਦ ਪਾਣੀ ਪੜਦਾ ਨਾ ਉਹ ਚ ਫਿਰ ਅੰਮ੍ਰਿਤ ਵਰਸਦਾ ਅੰਦਰ, ਜਾਂ ਪਾਣੀ ਪੜਦਾ ਫੇਰ ਪਤਾ ਲੱਗਦਾ ਵੀ ਬਾਣੀ ਕਹਿੰਦੀ ਕੀ ਹੈ। ਫੇਰ ਬਾਅਦ ਸ਼ੁੱਧੀ ਅੰਮ੍ਰਿਤ ਦੀ ਪੜਨ ਵਾਲੇ ਹੋਏ ਰੋਣ ਲੱਗ ਜਾਂਦੀ, ਫੇਰ ਸਮਝ ਆਉਣ ਲੱਗਦੀ ਹੈ। ਫਿਰ ਹੋਰ ਗੱਲ ਹੈ, ਫਿਰ ਅੰਮ੍ਰਿਤ ਬਣ ਕੇ ਵਰਸਦੀ ਹੈ ਬਾਣੀ। ਪਹਿਲਾਂ ਤਾਂ ਸਮਝੇ ਕੁਛ ਨਹੀਂ, ਪੜਦਾ ਮੂੰਹ ਨਾਲ ਹੈ, ਪਤਾ ਹੀ ਨਹੀਂ ਕੀ ਗੱਲ ਹੈ ਕੀ ਨਹੀਂ। ਕ੍ਰਿਸ਼ਨ ਕਿੱਥੋਂ ਬੁਝਦੀ, ਰੋਗ ਦੂਰ ਕਿੱਥੋਂ ਹੋਣੇ ਸੀ, ਅਸਲ ਕੀ ਪੜਨਾ ਸੀ, ਅਸਲ ਕੀ ਪੜਨਾ ਸੀ ਕੋਈ। ਠੀਕ ਹੈ ਜੀ। ਉਹਦੇ ਨਾਲ ਮਨ ਭਿੱਜਦਾ। ਆਂधी ਪਾਛੇ ਜੋ ਜਲ ਵਰਸੈ ਤੇ ਰਾਜਾ ਨੂੰ ਪੀਣਾ, ਫੇਰ ਭਿੱਜਦਾ ਮਨ।
हाँ जी। अनदिन कीर्तन केवल बख्यान गृहस्थ में सोई निर्वाण। देखो कीर्तन कहते किनू ने? केवल वख्यान नूं कीर्तन कहते ने। ਜਿਹੜਾ ਆਪਾਂ ਵਿਖਿਆਨ ਕਰ ਹਾਂਜੀ कीर्तन आंदन कीर्तन केवल वख्यान ਜਿਹੜਾ केवल ਵਖਿਆਨ ਕਰਦਾ ਹੋਰ ਕੁਝ ਨਹੀਂ ਕਰਦਾ ਨਾ ਗੁਰਬਾਣੀ ਦਾ, ਉਹਦੇ ਤਾਂ ਦਿਨ ਰਾਤ ਕੀਰਤਨ ਹੁੰਦਾ ਹੀ ਰਹਿੰਦਾ, ਅੰਦਰ ਚੱਲਦਾ ਰਹਿੰਦਾ। ਜਿਹੜਾ केवल ਵਖਿਆਨ ਕਰਦਾ ਹੈ ਉਹਦੇ ਅੰਦਰ ਕੀਰਤਨ ਚੱਲਦਾ ਅੰਦਰ। ਇਹ ਅੰਦਰ ਕੀਰਤਨ ਆ ਵਖਿਆਨ ਕਰਨਾ, ਵਖਿਆਨ ਐਵੇਂ ਨਹੀਂ ਹੋ ਜਾਂਦਾ। ਗ੍ਰਸਤ में सो निर्वाण, वो गृहस्थ से निर्वाण बस, वो जीवन मुक्त है। वो बोलता है, बोलता ही नहीं है, बोलता भी है, बोलता वो बुलाया बोलता बोलता साधु है। निर्वाण ਉਹਨੂੰ ਕਹਿੰਦੇ ਨੇ ਜਿਹੜਾ ਆਪ ਨਹੀਂ ਬੋਲਦਾ, ਬੁਲਾਇਆ ਬੋਲਦਾ ਵੀ ਚੁੱਪ ਰਹਿੰਦਾ। ਗ੍ਰਸਤ में सो निर्वाण, निर्वाण है सोई ਜਿਹੜਾ ਜਿਹਦਾ ਸੰਸਾਰ ਨਾਲ ਕੋਈ ਲਿੰਕ ਨਹੀਂ। ਸੰਸਾਰੀ ਆਦਮੀ ਉਹ निर्वाण, ਉਹ ਗ੍ਰਸਤੀ ਹੁੰਦਾ ਹੋਇਆ ਵੀ ਸੰਸਾਰੀ ਨਹੀਂ ਹੈ। ਗ੍ਰਸਤੀ ਹੁੰਦਾ ਹੋਇਆ ਵੀ ਗ੍ਰਸਤੀ ਨਹੀਂ ਹੈ। गृहस्थ में निर्वाण, गृहस्थी मतलब फैमिली मैन जी? हाँ फैमिली मैन। अच्छा, सारे गुरु फैमिली होते। निर्वाण है, निर्वाण तुम सब जोड़ और सब तोड़ी। निर्वाण है और की है। ऐसी बात है प्रीतम तुम सब जोड़ी, तुम सब जोड़ और सब तोड़ी। तोड़ी हुई है निर्वाण है फिर, पर तोड़ी मन करके है, दिखावे करके नहीं तोड़ी। दिखावे करके जोड़ी हुई है, मन करके तोड़ी हुई है। वो तो दिखावा ही है ਜਿਹੜੀ जोड़ी हुई है। दुनिया जो मेरा ठाठा बागा, वो तो ठाठा बागा है। संतन से मेरी लेवा देवी, संतन से व्यवहारा, संतन मोह को पूंजी सौंपी हर भगत भरे भंडारा। संतां नाल होर गल है, गुरमुखां नाल होर गल है, गुरमुखां नाल होर गल है। गुरु नानक गृहस्थी निर्वाण है, भगत सारे गुरु निर्वाण ने। जे निर्वाण ना होते श्री चंद्र दे गुरे आई। निर्वाण सी है। ठीक है जी। एक ऊपर जिस जन की आशा, तिसकी कटिए जम की फासा। एक ऊपर जिस आशा, जेड़े जन की आशा एक ऊपर है, इसकी कटिए जम की फासा, जम की फासा कटी जम, उसकी फांसी नहीं रह सकती जम। ठीक है। फांसी क्यों रह जब वो था फांसी का शरीर करके फैलती है जबकि जरा शरीर में जुड़े ही नहीं होया। गृहस्थ जो निर्वाण है पहला ही, माया तो पहले ही लिखता है। फांसी का भी पहले ही गलों लाई हुई है, पत्थर का पहले ही गलों लाया है। कटिए जम की फांसा। ठीक है।
पार ब्रह्म की जिस मन भूख नानक तिसे न लागै दुख। ਜਿਹਦੇ ਅੰਦਰ ਪਾਰ ਬ੍ਰਹਮ ਦੀ ਭੁੱਖ ਹੈ, ਸ਼ਬਦ ਗੁਰੂ ਦੀ ਭੁੱਖ ਹੈ, ਜਿਹਦਾ ਟਾਰਗੇਟ ਬ੍ਰਹਮ ਤੋਂ ਵੀ ਅੱਗੇ ਚਲਾ ਗਿਆ। ਬ੍ਰਹਮ ਤੋਂ ਅੱਗੇ ਕੀ ਹੈ? ਪਾਰ ਬ੍ਰਹਮ। ਪਾਰ ਬ੍ਰਹਮ ਕਿਤੇ ਸੱਚਖੰਡ, ਜਿਹਦਾ ਟਾਰਗੇਟ ਸੱਚ ਦੇ, ਜਿਹਨੂੰ ਸੱਚਖੰਡ ਦੀ ਭੁੱਖ ਹੈ, ਨਿਰਾਕਾਰ ਦੇ ਦੇਸ਼ ਦੀ ਭੁੱਖ ਹੈ, ਨਾਨਕ ਕਿਸੇ ਨੂੰ ਲੱਗੇ ਦੁੱਖ, ਉਹਨੂੰ ਤਾਂ ਦੁੱਖ ਲੱਗਦਾ ਹੀ ਨਹੀਂ ਕੋਈ ਸੰਸਾਰ ਦਾ। ਸੰਸਾਰ ਦਾ ਦੁੱਖ ਤਾਂ ਉਹਨੂੰ ਛੂਹ ਨਹੀਂ ਸਕਦਾ। ਉਹਦਾ ਟਾਰਗੇਟ ਦੌੜ ਚਲਾ ਗਿਆ। ਠੀਕ ਹੈ। ਹਾਂਜੀ, ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਠੀਕ ਹੈ। जिसको हर प्रभ मन चित आवे, सो संत सुहेला नहीं डुलावे। हर प्रभ जी के मन और चित विच हर वक्त रहे बसिया, वही संत सुहेला है। वो कदों डोलदा? वो नहीं डोलदा कदे भी। गुरु नहीं कोई डुला सकता, गुरु को डुला नहीं सकता। बहुत बड़ी डुला सकती, डुलाऊ ਉਹਦੇ ਨਾਲ ਆਪ ਖੜਾ, ਉਹ ਹੁਕਮ ਨਾਲ ਜੁੜਿਆ, ਉਹਦੇ ਨਾਲ ਉਹਦੀ ਪਿੱਛੇ ਖੜਾ। ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਸੱਚੀ ਕਵੀ ਤਾਂ ਤਾਂ ਹੀ ਤਾਂ ਬੈਠ ਕੇ ਜਾ ਕੇ। ਠੀਕ ਹੈ ਜੀ। ਡੁਲਾ ਤਾਂ ਕਿਸੇ ਨੇ ਡੋਲ ਗਏ। ਆਈ ਤਾਂ ਟੈਸਟ ਲੈਂਦੇ ਤੇ ਉਹ ਇਹਨਾਂ ਗੱਲਾਂ ਦਾ ਟੈਸਟ ਲੈਂਦੇ ਤੇ ਵੀ ਆ ਲਿਖਿਆ ਹੋਇਆ ਨੇ। ਆਓ ਸਰਕਾਰ ਹੰਕਾਰ ਸੀ ਉਧਰ ਕਰਦੇ ਟੈਸਟ ਲੈ ਕੇ ਦੇਖੋ, ਪਤਾ ਲੱਗ ਜੀ ਡੋਲਦਾ ਕਿ ਨਹੀਂ ਡੋਲਦਾ। ਹਾਂ, ਸਾਬਤ ਵੀ ਕਰਤਾ ਸੰਤ ਸੁਹੇਲਾ ਨਹੀਂ ਡੁਲਾਵੇ, ਸਾਬਤ ਵੀ ਹੋ ਗਿਆ। ਠੀਕ ਹੈ ਜੀ। ठीक है जी। जिस प्रभ अपना कृपा करे, सो सेवक को किसते डरे। फिर वही गल आई, ਜਿਹਦੇ ਪ੍ਰਭੂ ਕਿਰਪਾ ਕਰਨ ਹੋਏ ਉਹਦਾ ਸੇਵਕ ਹੈ, ਫਿਰ ਉਹ ਕਿਹਦੇ ਡਰਦਾ? ਬਾਗੀ ਸੁਰ ਹੈ, ਬਾਗੀ ਸੁਰ ਇਹ ਹਕੂਮਤ ਤੋਂ ਮੁਸਲਮਾਨਾਂ ਦਾ ਰਾਜ ਹੈ। ਆਹ ਕੁਝ ਲਿਖ ਦਿੱਤਾ। ਉਹ ਕਹਿੰਦੇ ਬਾਗੀ ਸੁਰਾਂ ਨੇ ਉਹ ਤਾਂ ਸੱਚ ਬੋਲਦੇ ਨੇ, ਹੋਰ ਗੱਲ ਕਰਦੇ ਨੇ, ਹੋਰ ਅਰਥ ਲਾਉਂਦੇ ਨੇ। ਸੰਸਾਰੀ ਅਰਥ ਲਾ ਲੈ, ਸੰਸਾਰੀ ਲੋਕਾਂ ਨੇ ਆਪਣੇ ਅਰਥ ਲਾ ਲੈ। ਗੱਲ ਕੁਝ ਹੋਰ। ਹਾਂਜੀ, ਚਲਾਉਣ ਵਾਲੇ ਤਾਂ ਬੁਕਾਰ ਨੇ, ਕਾਰਾਂ ਵੀ ਡੋਲਦੇ। ਲੋਭ ਨਹੀਂ ਡੁਲਾ ਸਕਦਾ, ਕ੍ਰੋਧ ਨਹੀਂ ਡੁਲਾ ਸਕਦਾ, ਠੀਕ ਹੈ, ਹੈ ਨਹੀਂ ਡੁਲਾ ਸਕਦਾ। ਹਾਂਜੀ, जैसा सा तैसा दृष्टाया, अपने कारज में आप समाया। जैसा था तैसा दृष्टाया, जैसा सी परमेश्वर का स्वरूप दृष्टि च आ गया। जो निराकार है सारा ही दृष्टि च, सारा ही देख लिया, सारे का दर्शन हो गया। दृष्ट आया, दृष्टि च आ गया, दिख गया, समझो, समझ आ गया, समझ लो, समझ लिया। जो कुछ है राजा राम की कहानी सारी समझ ली। ਉਹਦਾ ਜਿਹੜੀ ਖੇਡ ਹੈ ਸਾਰੀ ਸਮਝ ਆ ਗਈ। ਆਪਣੇ ਕਾਰਜ में ਆਪ ਸਮਾਇਆ, ਆਪਣੇ ਕਾਰਜ ਦੇ ਵਿੱਚ ਆਪ ਸਮਾਇਆ ਹੋਇਆ। ਹੁਕਮ ਦੇਖ ਲਿਆ, ਜੈਸਾ ਹੁਕਮ ਹੈ ਐਸਾ ਹੀ ਹੋ ਗਿਆ, ਦੇਖ ਲਿਆ। ਹੁਕਮ में ਸਮਾਇਆ ਹੋਇਆ ਕਾਹਦੇ ਵਿੱਚ ਹੈ? ਕੁਦਰਤ ਵਿੱਚ। ਕੁਦਰਤ ਹਰ ਪ੍ਰਭ ਵਸੇ ਜੀਓ।
ਕਾਦਰ ਕੁਦਰਤ ਦੇ ਵਿੱਚੋਂ ਦੇਖ ਲਿਆ। ਆਪਣੇ ਕਾਰਜ ਵਿੱਚ ਸਮਾਇਆ ਹੋਇਆ। ਠੀਕ ਹੈ ਜੀ। ਹਾਂਜੀ। ਜੋ ਹੋ ਰਿਹਾ ਸੰਸਾਰ ਚ, ਜੋ ਵਰਤ ਰਿਹਾ ਹੋਈ ਤਾਂ ਉਹਦਾ ਪਾਣਾ। ਹਾਂਜੀ। ਸੋਦਤ 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 ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਸੋਦਤ ਸੋਦਤ ਆਪਣਾ ਗਿਆਨ ਸੋਧਿਆ, ਫੇਰ ਸਮਝਿਆ, ਫੇਰ ਸਮਝਿਆ, ਸੀਜਿਆ ਸਾਰੀ ਗੱਲ ਸਮਝ ਆ ਗਈ। ਬੁੱਧੀ ਚ ਜਿਹੜਾ ਫੇਰ ਪਿਆ ਤਾਂ ਨਾ ਵੀ ਹੁਕਮ ਨਾਲ ਜੇ ਹੁੰਦਾ ਹੈ ਸਭ ਕੁਛ, ਫਿਰ ਪੁੱਤ ਪਾਪ ਕੈਸਾ, ਸਾਰਾ ਭਰਮ ਦੂਰ ਹੋ ਗਿਆ। ਸਮਝਦਾ ਗੱਲ ਸਾਰੀ ਸਮਝ ਲਈ, ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਗੁਰ ਪ੍ਰਸਾਦ ਤੱਤ ਸਭ ਬੁਝਿਆ, ਸਾਰੀ ਤੱਤ ਦੀ ਗੱਲ ਬੁਝ ਲਈ। ਰਾਜਾ ਰਾਮ ਦੀ ਕਹਾਣੀ ਸਾਰੀ ਸਮਝ ਆ ਗਈ। ਠੀਕ ਹੈ। ਹਾਂਜੀ। जब देखो तब सब कुछ मूल, नानक सो सूखम सोई अस्थूल। जब देखू तो सब कुछ मूल, जब मैं देखता सब कासे का मूल कौन है? आपे मूल है। अच्छा। हुक्म मूल है सबका। ਜਿਹੜਾ ਇੱਕ है सबका का मूल आपे है। हुक्म भी ऐसे जो पैदा होता है, सृष्टि भी ऐसे जो पैदा होती है, माया भी ऐसे जो पैदा होती है। पहला है एक ही है, साबित सूरतें है। सचखंड है जब साजोग है तो सारे साबित सूरत हंसा सकले जन, सारे हंस है। बिचों ही सब को पैदा होया, सब कुछ नानक सोई सूखम सोई अस्थूल। सूखम है जेड़ा ਉਹਦੇ ਵਿੱਚ ਹੀ ਅਸੂਲ ਸਮਾਇਆ ਹੋਇਆ, ਮਾਇਆ ਉਹਦੇ ਵਿੱਚ ਸਮਾਈ ਹੋਈ ਆ, ਉਹਦੇ ਵਿੱਚੋਂ ਹੀ ਮਾਇਆ ਨਿਕਲਦੀ ਹੈ ਬਾਹਰ। ਉਹਦੇ ਮਨ ਵਿੱਚ ਮਾਇਆ ਸਮਾ ਜਾਂਦੀ ਹੈ। ਪਹਿਲਾਂ ਮਨ ਮਾਇਆ ਚ ਸਮਾਇਆ ਹੋਇਆ ਤਾਂ ਮਾਇਆ ਮਨ ਚ ਸਮਾ ਜਾਂਦੀ ਹੈ। ਜਿੱਦਾਂ ਧਰ ਉੱਪਰ ਆਕਾਸ਼ ਹੈ, ਏਦਾਂ ਤਾਂ ਮਨ ਹੈ ਉਹਦਾ। ਠੀਕ ਹੈ। ਮਨ ਵਿੱਚ ਮਾਇਆ ਸਮਾ ਜਾਂਦੀ ਹੈ ਉਹਦੇ, ਹੁਣ ਮਾਇਆ ਚ ਮਨ ਸਮਾਇਆ ਹੋਇਆ। ਠੀਕ ਹੈ। ਮਾਇਆ ਬਾਹਰ ਕੱਢ, ਸੋਈ ਸੂਖਮ ਸੋਈ ਅਸਤੂਲ। ਉਦੋਂ ਅਸੂਲ ਨਹੀਂ ਹੁੰਦਾ ਵੱਖਰਾ, ਸੂਖਮ ਹੀ ਹੁੰਦਾ। ਅੱਛਾ ਜੀ। ਜਦ ਇਹ ਮੂਲ ਹੈ ਤਾਂ ਸੂਖਮ, ਅਸੂਲ ਕਿਤੇ ਨਹੀਂ ਹੈ, ਅਸੂਲ ਉਹਦੇ ਵਿੱਚ ਸਮਾਇਆ ਹੋਇਆ ਹੁੰਦਾ। बड़ी एक पेटी है, छोटी टैची है, छोटी टैची पेटी भी रखती, पेटी बंद करती, फिर पेटी खोली, टैची बाहर काट ली, पेटी बंद करती। दो भी टैची बाहर पई है, पेटी बंद भी हैगी है। बाहर कढ़ी है, पिछले कढ़ी है। किसी वेले कली पेटियां होंगी, टैची पिछे होंगी है, ਕਿਸੇ ਵੇਲੇ ਦੋਏ ਹੁੰਦੀਆਂ ਨੇ। ਠੀਕ ਹੈ ਜੀ। ਫਿਰ ਵੱਖਰੇ ਵੱਖਰੇ ਲੱਗਦੇ ਨੇ ਤੁਹਾਡੇ ਵਿੱਚ। ਸੂਖਮ ਹੈ ਜਿਹੜਾ ਆਪਾਂ ਨੂੰ ਦ੍ਰਿਸ਼ਟਮਾਨ ਨਹੀਂ ਹੈ। ਠੀਕ ਹੈ ਜੀ। ਜਿਵੇਂ ਜੋਤ ਹੈ, ਇਹ ਸੂਖਮ ਹੈ ਜੀ। ਸੂਖਮ ਜੋਤ ਹੈ, ਹੁਕਮ ਦਾ ਦ੍ਰਿਸ਼ਟਮਾਨ ਹੈ। ਹੁਕਮ ਦਾ ਤਾਂ ਸਪਰਸ਼ ਹੁੰਦਾ ਸਾਨੂੰ। ਅੱਛਾ ਜੀ। ਹੁਕਮ ਦਾ ਸਪਰਸ਼ ਹੁੰਦਾ, ਜੋਤ ਨੂੰ ਹੁਕਮ ਦਾ ਸਪਰਸ਼ ਹੁੰਦਾ। ਜੋਤ ਨੂੰ ਜੋਤ ਦਾ ਸਪਰਸ਼ ਨਹੀਂ ਹੁੰਦਾ ਕਦੇ। ਠੀਕ ਹੈ। ਜੋਤ ਨੂੰ ਜੋਤ ਦਾ ਸਪਰਸ਼ ਨਹੀਂ ਹੁੰਦਾ। ਅੱਛਾ। ਜੋਤ ਨੂੰ ਹੁਕਮ ਦਾ ਸਪਰਸ਼। ਤੇ ਜਿਹੜਾ ਹੁਣ ਕਿਹਾ ਜੋ ਨਾਨਕ ਸੋ ਸੂਖਮ ਸੋਈ ਅਸੂਲ, ਇਹ ਹੁਕਮ ਵਾਸਤੇ ਹੈ ਜੀ? ਇਹ ਨਾ ਅਸੂਲ ਦਾ ਮਾਇਆ। ਅੱਛਾ ਜੀ।
ਤੂੰ ਤਾਂ ਮਾਇਆ ਹੈ। ਅਸੂਲ ਪਰ ਇਹ ਹੁਕਮ 'ਚ ਬਣੀ ਹੈ ਕਿ ਨਹੀਂ? ਠੀਕ ਹੈ, ਹੁਕਮ ਚ ਹੈ, ਹੁਕਮ ਨਾਲ ਹਾਕਮ ਦੋਏ ਹੁਕਮ ਦੇ ਅੱਛਾ ਜੀ। ਇੱਕੇ ਨੂੰ ਦੋਏ ਮਾਤੀ ਇੱਕ ਹੈ, ਦੋਏ ਹੁਕਮ ਨੇ ਹਾਕਮ ਹੁਕਮ। ਤੂੰ ਤਾਂ ਮਾਇਆ ਹੈ। ਮਾਇਆ ਕਿੱਥੋਂ ਕੱਢੀ ਹੈ? ਸਾਚੇ ਦੇ ਵਿੱਚੋਂ ਕੱਢੀ ਹੈ। ਮਾਇਆ ਸੂਖਮ ਦੇ ਵਿੱਚੋਂ ਬਾਹਰ ਆਈ ਹੈ, ਹੁਣ ਵੀ ਸੂਖਮ ਦੇ ਵਿੱਚ ਹੀ ਹੈ ਮਾਇਆ। ਪਰ ਸਾਡਾ ਸੁਖ ਸਾਗਰ ਦੇ ਵਿੱਚ ਹੀ ਹੈ, ਹੁਣ ਵੀ ਬਾਕੀ ਹੈ, ਸਾਨੂੰ ਬਾਹਰ ਲੱਗਦਾ ਹੈ। ਅਸੀਂ ਭਰਮ ਦੇ ਆਲੇ ਦੇ ਵਿੱਚ ਹੀ ਆ ਨਾ, ਬਾਹਰ ਤਾਂ ਹੈ ਜੀ। ਰਾਮ ਗਰਭ ਦੇ ਵਿੱਚ ਦੀ ਗੱਲ ਹੈ ਕਹਾਣੀ ਸਾਰੀ। ਹਾਂ ਠੀਕ ਹੈ। ਸਰਵ ਵਿਆਪੀ ਸੁਖ में है, संसार सर्व व्यापी नहीं है। संसार तो थोड़ी देर ही है, संसार भी बहुत ही दूर तक है, ठीक है, चाहे बहुत दूर तक है अपने हिसाब से, और फिर भी अनलिमिटेड नहीं है, लिमिट है नहीं कितने चले जाके। ठीक है। हाँ, मैं किछ जन्म मैं किछ मरै, आपन चलत आप ही करै। संसार दे विच ना कोई जमदा ना कोई मरदा। ठीक है जी। ना किसी जन्म है ना किसी मरै, कुछ भी जमदा मरदा नहीं, पर संसार ये गल नहीं मनदा। गुरबाणी दी ये गुरबाणी सच है। ਅਸੀਂ ਮੰਨਦੇ ਹਾਂ ਜਨਮ ਮਰਨਾ ਸਾਡੇ ਸਭ ਕੁਝ ਰਜਿਸਟਰ ਲੱਗੇ ਹੋਏ ਨੇ, ਕੋਰਟਾਂ ਵੀ ਬਣਦੀਆਂ ਨੇ, ਪਰ ਗੁਰਬਾਣੀ ਦਾ ਦ੍ਰਿਸ਼ਟੀ ਬਹੁਤ ਵਿਆਪਕ ਹੈ। ਵਿਆਪਕ ਦ੍ਰਿਸ਼ਟੀਕੋਣ ਨਾਲ ਦੇਖੀਏ ਇਹ ਗੱਲ ਠੀਕ ਹੈ, ਸੰਸਾਰੀ ਦ੍ਰਿਸ਼ਟੀਕੋਣ ਨਾਲ ਦੇਖੀਏ ਗੱਲ ਠੀਕ ਨਹੀਂ ਲੱਗਦੀ। ठीक है जी। ਆਪਣ ਚਲਤਾ की तरह वैसे साइंस बोलती है नथिंग कैन बी डिस्ट्रॉयड, ऐसा कुछ भी डिस्ट्रॉय नहीं किया जा सकता। चेंज ऑफ स्टेट होती, बस यही जी गल गुरबाणी कहती है। चेंज ऑफ स्टेट ऐसे है, डिस्ट्रॉय कुछ नहीं होता। आ गल कहती है गुरबाणी, डिस्ट्रॉय कुछ नहीं होता, चेंज ऑफ स्टेट है। हाँ जी। न किसी जन्म है न किसी मरा, आपन चलत आप ही तरह। ये तो खेड़ है, उसकी चलत करता है। आवण जावण दृष्ट अदृष्ट, आवण जावण की है जिन्हों ਅਸੀਂ ਜਪਨ ਕਹਿੰਦੇ ਆਪਣੀ ਬੋਲੀ ਚ, ਇਹ ਦ੍ਰਿਸ਼ਟ ਅਦ੍ਰਿਸ਼ਟ ਹੁੰਦਾ ਹੈ। ਸੁਖ ਜਿਹੜਾ ਹੈਗਾ ਜੇ ਸਰੀਰ ਦੇ ਵਿੱਚ ਹੈ, ਸਬੂਤ ਹੈ ਇਹਦਾ। ਸਰੀਰ ਦੇਵਦਾ ਜਾਗਦਾ ਮਿੱਟੀ ਚ, ਸਰੀਰ ਤੋਂ ਬਿਨਾਂ ਸਾਨੂੰ ਦੀਦਾ ਨਹੀਂ, ਦ੍ਰਿਸ਼ਟ ਹੈ, ਦ੍ਰਿਸ਼ਟ ਨੂੰ ਆਉਂਦੀ ਹੈ। ਇਸੇ ਦ੍ਰਿਸ਼ਟ ਅਦ੍ਰਿਸ਼ਟ ਨੂੰ ਅਸੀਂ ਜਬੜ ਮਨ ਕਹਿ ਦਿੰਦੇ, ਮੌਨ ਜਾਨ ਕਹਿ ਦਿੰਦੇ। ਆਗਿਆਕਾਰੀ ਭਾਰੀ ਸਭ ਸ੍ਰਿਸ਼ਟ, ਸਾਰੀ ਸ੍ਰਿਸ਼ਟੀ ਉਹਦੇ ਹੁਕਮ ਚ ਹੈ। ਹਾਂਜੀ, आपे आप सगल मह आप, अनेक जुगती रत थाप थाप। ਆਪੇ ਆਪ ਸਗਲ में ਆਪ, ਸਾਰਿਆਂ ਦੇ ਵਿੱਚ ਆਪ ਹੈ। ਹੁਕਮ ਸਾਰਿਆਂ ਚ ਵਿਆਪਕ ਹੈ, ਜੋਤ ਵੀ ਇੱਕ ਹੈ, ਹੁਕਮ ਵੀ ਇੱਕ ਹੈ। ठीक है। ਸਾਰਿਆਂ ਚ ਜੋਤ ਇੱਕੋ ਹੀ ਹੈ। ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਬਾੜ ਹੈ ਘਾਟ ਹੈ, ਘਾਟ ਬਾੜ ਹੋਤ ਹੈ, ਇੱਕ ਹੀ ਹੈ ਸਾਰਿਆਂ ਦੇ ਵਿੱਚ। ਸੁੱਤਾ ਕਿੰਨਾ ਪਿਆ, ਜਾਗਦਾ ਕਿੰਨਾ, ਇੰਨਾ ਹੀ ਫਰਕ ਹੈ। ਹੈ ਸਾਰਿਆਂ ਚ ਇੱਕੋ ਹੀ। ठीक है। ठीक है जी। ਸਾਰਿਆਂ ਚ ਆਪ ਹੀ।
ਸਗਲ ਮੈਂ ਆਪ अनेक जुग ਅਨੇਕ ਜੁਗਤ हाँ जी सर थाप थाप ਇੱਕ ਪ੍ਰਕਾਰ ਦੀ ਜੁਗਤ ਨਾ ਹਿਰਦੇ ਵਿੱਚ ਥਾਪ ਥਾਪ ਹੋ ਰਿਹਾ। ਕਿਤੇ ਉਹ ਹਿਰਦੇ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਥਾਪ ਰਿਹਾ ਹੈ, ਟਿਕ ਰਿਹਾ ਹੈ। ਕਿਤੇ ਉਹ ਥਾਪ ਹੋ ਕੇ ਮਰ ਰਿਹਾ, ਕਿਤੇ ਜਨਮ ਹੋ ਰਿਹਾ ਉਹਦਾ। ठीक है जी ਕਿਤੇ ਆ ਕੇ ਜੁੜ ਰਿਹਾ ਮਾਇਆ ਨਾ, ਕਿਤੇ ਮਾਇਆ ਤੋਂ ਅਲੱਗ ਹੋ ਰਿਹਾ। ਅਲੱਗ ਹੋਣ ਨੂੰ ਥਾਪ ਨੂੰ ਮਰਨਾ ਕਹਿੰਦੇ ਨੇ, ਅਸੀਂ ਜੁੜਨ ਨੂੰ ਜੁੜ ਰਿਹਾ ਕਹਿੰਦੇ। ਜੁਗਤਾਂ ਕਈ ਨੇ, ਪੇੜ ਪੌਦੇ ਚ ਵੀ ਇਹ ਗੱਲ ਹੈਗੀ ਹੈ, ਪਸ਼ੂ ਪੰਛੀਆਂ ਚ ਵੀ ਇਹ ਗੱਲ ਹੈਗੀ ਹੈ, ਛੋਟੇ ਤੋਂ ਬੜੀ ਤੋਂ ਬਰੀਕ ਕੀੜੀਆਂ ਚ ਵੀ ਇਹ ਗੱਲ ਹੈਗੀ ਹੈ, ਸਾਰੇ ਫੂਸ ਚ ਵੀ ਇਹ ਗੱਲ ਹੈਗੀ ਹੈ, ਥਾਪੋ ਥਾਪ ਵਾਲੀ। ठीक है जी ਹਾਂਜੀ अविनाशी नाही किछ खंड तारण तार रह्यो ब्रह्मंड ਅਵਨਾਸ਼ੀ, ਅਵਨਾਸ਼ੀ ਹੈ, ਜਦ ਅਵਨਾਸ਼ੀ ਹੋ ਜਾਂਦਾ ਇੱਕ ਹੋ ਜਾਂਦਾ ਅਵਨਾਸ਼ੀ, ਅਵਨਾਸ਼ੀ ਰਾਜ ਦਾ ਧਾਰਨੀ ਹੋ ਜਾਂਦਾ। ਫਿਰ ਨਾ ਹੀ ਕੁਛ ਖੰਡ, ਫਿਰ ਰਾਜ ਨਹੀਂ ਹੁੰਦੀ ਇਹਦੀ, ਫਿਰ ਦੋ ਟੁਕੜੇ ਨਹੀਂ ਹੁੰਦੇ ਇਹਦੇ, अच्छा जी ਫਿਰ ਖੰਡਕ ਨਹੀਂ ਹੁੰਦਾ ਹੈ। ਫਿਰ ਨਹੀਂ ਮਾਇਆ ਜਾਂਦਾ, ਫਿਰ ਜਮਦਾ ਮੰਨਦਾ ਨਹੀਂ ਹੈ। ਅਵਨਾਸ਼ੀ ਸਰੂਪ ਇਹਦਾ ਜਿਹੜਾ ਹੈ ਉਹ ਹੋਰ ਹੈ, ਉੱਥੇ ਦਾਲ ਨਹੀਂ ਹੈ, ਉੱਥੇ ਇੱਕ ਸਾਬਤ ਸੂਰਤ ਸਾਬ ਨੂੰ ਢਾਲ ਰਹੇ ਹੋ ਬ੍ਰਹਮੰਡ। ਉਹੀ ਅਵਨਾਸ਼ੀ ਹੀ ਬ੍ਰਹਮੰਡ ਦਾ ਰੂਪ ਧਾਰਨ ਕਰਦਾ। ਜਦ ਮਾਇਆ ਚੱਲਦਾ ਅਵਨਾਸ਼ੀ ਹੀ ਬ੍ਰਹਮੰਡ ਦੇ ਰੂਪ ਧਾਰਨ ਕਰਦਾ। ਫਿਰ ਵਿੱਚੋਂ ਹੀ ਬੀਜ ਪੈਦਾ ਹੁੰਦਾ, ਬੀਜ ਵਿੱਚੋਂ ਫਿਰ ਵਿੱਚ ਪੈਦਾ ਹੋ ਜਾਂਦਾ। ਦੇਖੋ ਜਿਹੜੇ ਵਿੱਚ ਤੋਂ ਬੀਜ ਪੈਦਾ ਹੁੰਦਾ ਉਹੀ ਵਿੱਚ ਉਹਦੇ ਵਿੱਚ ਹੁੰਦਾ ਬੀਜ, ਫਿਰ ਉਹ ਤੋਂ ਵਿੱਚ ਦਾ ਰੂਪ ਧਾਰਨ ਕਰ ਲੈਂਦਾ। ਕਦੇ ਵਿੱਚ ਬੀਜ ਦਾ ਰੂਪ ਧਾਰਨ ਕਰ ਲੈਂਦਾ, ਕਦੇ ਬੀਜ ਵਿੱਚ ਦਾ ਰੂਪ ਧਾਰਨ ਕਰ ਲੈਂਦਾ। ਇਹੋ ਜਿਹਾ ਕੁਛ ਹੀ ਹੈ। अच्छा जी ਇਹ ਉਤਬੁੱਧ ਚਲਦਾ ਹੈ, ਉਤਬੁੱਧ ਚਲਦ ਕਹਿੰਦੇ ਨੇ। ਕਦੇ ਬੀਜ ਵਿੱਚੋਂ ਬੀਜ ਦਾ ਰੂਪ ਧਾਰਨ ਕਰਕੇ ਆ ਜਾਂਦਾ ਹੈ, ਫੇਰ ਬੀਜ ਵਿੱਚ ਦਾ ਰੂਪ ਧਾਰਨ ਕਰ, ਬੀਜ ਵਿੱਚ ਹੁੰਦਾ ਹੀ ਹੈ। ठीक है ਆ ਚਲਦਾ, ਇਹ ਚੱਲਦਾ ਉਤਬੁੱਧ ਚਲਦ ਕਹਿੰਦੇ ਨੇ। ਉਤਬੁੱਧ ਚਲਦ ਹੁੰਦਾ ਜੋ ਜ਼ਮੀਨ ਚ ਪੈਦਾ ਹੁੰਦਾ ਨਾ, ਉਤਬੁੱਧ ठीक है जी ਉਹਦੇ ਚ ਛੇਤੀ ਸਮਝ ਆ ਜਾਂਦਾ, ਉਹਦੇ ਚ ਛੇਤੀ ਸਮਝ ਆ ਜਾਂਦਾ ਸਾਨੂੰ ਜਲਦੀ। ਹਾਂਜੀ अलख अभेव पुरख प्रताप आप जपाए ता नानक जाप ਅਲੱਖ ਅਭੇਦ ਪੁਰਖ ਪ੍ਰਤਾਪ, ਜੇ ਪ੍ਰਤਾਪ ਵਾਲਾ ਹੋ ਜਾਂਦਾ ਨਾ ਫਿਰ ਅਲੱਖ ਅਭੇਦ ਹੋ ਜਾਂਦਾ। ਆਪ ਜਪਾਏ ਤਾਂ ਨਾਨਕ ਜਾਪ, ਉਹ ਜਿਹੜਾ ਸਰੂਪ ਹੈ ਨਾ ਅਲੱਖ ਅਭੇਦ ਦਾ, ਉਹ ਜਪਣਾ, ਉਹ ਜਾਣਨਾ, ਉਹ ਜਿਹਾ ਧਾਰਨ ਕਰਨਾ। ਜਿਹੋ ਜਿਹਾ ਜਪਣਾ, ਕਿਉਂਕਿ ਉਹ ਜਿਹਾ ਅਸੀਂ ਬਣਨਾ ਤਾਂ ਜਪਣਾ, ਜਾਣਨਾ ਤਾਂ ਉਹ ਜਿਹਾ ਬਣਨਾ। ठीक है जी ਜਿਹੋ ਜਿਹਾ ਬਣਨਾ ਉਹਨੂੰ ਪਹਿਲਾਂ ਜਾਣਨਾ ਪਊ। ਜਿਹੋ ਜਿਹਾ ਬਣਨਾ, ਜਿਹੜਾ ਰੂਪ ਧਾਰਨ ਕਰਨਾ ਉਸ ਰੂਪ ਪਹਿਲਾਂ ਜਾਣਨਾ ਪਊਗਾ, ਫਿਰ ਬਣਿਆ ਜਾਊ। ਜਾਣੇ ਪਹਿਲਾਂ ਬਣਿਆ ਨਹੀਂ ਜਾ ਸਕਦਾ। जिन प्रभ जाता सो शोभावंत सगल संसार उदरै तिन मंत ਜਿਨ ਪ੍ਰਭ ਜਾਤਾ, ਜਿਨ੍ਹਾਂ ਨੇ ਪ੍ਰਭ ਜਾਣ ਲਿਆ ਸੋ ਸ਼ੋਭਾਵੰਤ, हाँ जी ਸ਼ੋਭਾ ਵਾਲੇ ਹੁੰਦੇ ਨੇ। ਸ਼ੋਭਾਵੰਤ ਉਹ ਨੇ ਜਿਨ੍ਹਾਂ ਨੇ ਗੁਰਬਾਣੀ ਕੀਤੀ ਹੈ, ਸ਼ੋਭਾ ਕੀਤੀ ਹੈ। ਸ਼ੋਭਾਵੰਤ ਦਾ ਮਤਲਬ ਉਹਦੀ ਵੀ ਸ਼ੋਭਾ ਉਹਨਾਂ ਦੀ ਹੋਣੀ ਚਾਹੀਦੀ ਹੈ। अच्छा जी ਸੰਸਾਰ ਚ ਉਹਨਾਂ ਦੀ ਸ਼ੋਭਾ ਵੀ ਕਰਦੇ ਨੇ ਲੋਕ, ਠੀਕ ਹੈ। ਉਹ ਸ਼ੋਭਾ ਕਰਨ ਵਾਲੇ ਹੁੰਦੇ ਨੇ, ਅਸਲ ਸ਼ੋਭਾ ਉਹੀ ਕਰ ਸਕਦੇ ਨੇ
ਨਿਰਾਕਾਰ ਦੀ ਸੋਭਾ ਜਿਹਦੀ ਸੋਭਾ ਕਰਨੀ ਚਾਹੀਦੀ ਹੈ, ਜਿਹਦੀ ਸੋਭਾ ਕਰਨੀ ਯੋਗ ਹੈ, ਉਹਦੀ ਸੋਭਾ ਕਰਦੇ ਹੁੰਦੇ ਨੇ, ਦੱਸਦੇ ਹੁੰਦੇ ਨੇ ਵੀ ਆਹ ਭਾਈ ਸੋਭਾ ਕਰੋ, ਇਹਦਾ ਫਲ ਹੈ, ਬਾਕੀ ਕਿਸੇ ਦੀ ਸੋਭਾ ਦਾ ਕੋਈ ਫਲ ਨਹੀਂ। ਉਹ ਇਹ ਮੰਤਰ ਦਾ ਜਾਂਦੇ ਨੇ ਸੋਭਾ ਕਰਕੇ ਸੰਸਾਰ, ਬਾਕੀ ਪਿੱਛੋਂ ਉਹਨਾਂ ਦੇ ਦੱਸੇ ਮੰਤਰ ਨਾਲ, ਉਹਨਾਂ ਦੀ ਗੁਰਬਾਣੀ ਰਚੀ ਹੋਈ ਨਾਲ ਉਹਦਾ ਉਧਾਰ ਆਪਣਾ ਕਰਦਾ ਰਹਿੰਦਾ। ਠੀਕ ਹੈ ਜੀ। ਉਹਨਾਂ ਦੇ ਬਚਨ ਜਿਹੜੇ ਦੱਸੇ ਹੋਏ ਨੇ ਸੋਭਾ ਦੇ, ਉਹਨਾਂ ਨੂੰ ਸੁਣ ਕੇ, ਉਹਨਾਂ ਨੂੰ ਮੰਨ ਕੇ, ਸਮਝ ਕੇ ਸੰਸਾਰ ਆਪਣਾ ਉਧਾਰ ਕਰਦਾ ਰਹਿੰਦਾ ਬਾਅਦ ਦੇ ਵਿੱਚ। ਹਾਂਜੀ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਪ੍ਰਭ ਕੇ ਵੈਸੇ ਤਾਂ ਜਿੰਨੇ ਵੀ ਸੇਵਕ ਹੁੰਦੇ ਨੇ ਪ੍ਰਭ ਦੇ, ਸਾਰੇ ਹੀ ਉਧਾਰ ਕਰਨ ਵਾਲੇ ਹੁੰਦੇ ਨੇ ਦੂਜਿਆਂ ਦਾ। ਜਿੰਨੇ ਵੀ ਪ੍ਰਭ ਕੇ ਸੇਵਕ ਨੇ ਉਹ ਦੂਜੇ ਦਾ ਉਧਾਰ ਭਲਾ ਹੀ ਕਰਨ ਵਾਲੇ ਹੁੰਦੇ ਨੇ, ਬੁਰਾ ਕਰਦੇ ਹੀ ਨਹੀਂ ਹੁੰਦੇ। ਪਰ ਉਹ ਸੇਵਕ ਜੇ ਹੁਣ ਤਾਂ ਕਰਦੇ ਨੇ ਜੇ ਕਿਤੇ ਸੰਤ ਬਣ ਜਾਣ ਜਾਂ ਕੋਈ ਹੋਰ ਕੁਝ ਆਪਣੇ ਆਪ ਨੂੰ ਗੁਰੂ ਬਣ ਜਾਣ, ਫੇਰ ਨਹੀਂ ਕਰ ਸਕਦਾ। ਗੁਰੂ ਬਣ ਕੇ ਹੰਕਾਰ ਹੋ ਜਾਂਦਾ, ਸੇਵਕ ਬਣ ਕੇ ਹੰਕਾਰ ਮਰਿਆ ਰਹਿੰਦਾ। ਹੰਕਾਰ ਨੂੰ ਕਮਜ਼ੋਰ ਰੱਖਣ ਵਾਸਤੇ ਸੇਵਕ ਹੋਣਾ ਜ਼ਰੂਰੀ ਹੈ। ਜੇ ਸੇਵਕ ਤੋਂ ਛੁੱਟ ਕੁਝ ਹੋਰ ਕਹਾ ਲਵੇ ਤਾਂ ਹੰਕਾਰ ਫੇਰ ਖਤਰਾ ਹੋ ਜਾਂਦਾ। ਹੰਕਾਰ ਬੜਾ ਖਤਰਨਾਕ ਹੈ, ਭੂਤ ਹੈ, ਕਦੇ ਵੀ ਜਿਉਂਦਾ ਹੋ ਜਾਂਦਾ, ਮਰਿਆ ਹੋਇਆ ਵੀ। ਇਹ ਮਰਿਆ ਹੋਇਆ ਕਦੇ ਮੰਨਣਾ ਨਹੀਂ ਚਾਹੀਦਾ। ਹਾਂ, ਇਹ ਤਾਂ ਐਵੇਂ ਇੱਕ ਬਹਾਨਾ ਭਾਲਦਾ ਖੜਾ ਹੋਣ, ਉਹਦਾ ਹੀ ਸ਼ਕਤੀਸ਼ਾਲੀ ਖੜਾ ਹੋ ਜਾਂਦਾ ਹੰਕਾਰ। ਇਸ ਕਰਕੇ ਬਹੁਤ ਹੀ ਖਤਰਨਾਕ ਹੈ ਚੀਜ਼ ਹੰਕਾਰ। ਜੇ ਸੇਵਕ ਕਹਾਵੇ ਤਾਂ ਹੰਕਾਰ ਉੱਥੇ ਵੜਦਾ ਨਹੀਂ ਜਾ ਕੇ ਸੇਵਕ ਵਾਲੇ ਘਰ। ਠੀਕ ਹੈ। ਹੰਕਾਰ ਛੋਟਾ ਨਹੀਂ ਹੋਣਾ ਚਾਹੁੰਦਾ। ਛੋਟੇ ਘਰ ਚ ਹੰਕਾਰ ਵੜਦਾ ਨਹੀਂ ਹੈ। ਕਬੀਰ ਕਹਿੰਦਾ ਮੇਰੀ ਸਾਹਮਣੇ ਝੌਂਪੜੀ, ਮੇਰਾ ਜਾਤ ਨਾ ਨਾਉ, ਮੇਰਾ ਕੁਛ ਵੀ ਨਹੀਂ, ਉੱਥੇ ਹੰਕਾਰ ਨਹੀਂ ਵੜਦਾ। ਹੰਕਾਰ ਦਾ ਵੱਡੇ ਘਰ ਚ ਜਾਂਦਾ, ਜਿੱਥੇ ਹਾਥੀ ਘੋੜੇ ਹੋਣ, ਵਡਿਆਈ ਹੋਵੇ, ਉੱਥੇ ਵੜਦਾ। ਇਹ ਦਾਸ ਕਹਾਉਣ ਦਾ ਮਤਲਬ ਹੈ ਕਿ ਹੰਕਾਰ ਵੜੇ ਹੀ ਨਾ ਸਾਡੇ ਘਰ ਆ ਕੇ। ਇਹ ਬਹੁਤ ਬੜੀ ਇਹਦੇ ਵਿੱਚ ਇੱਕ ਜੁਗਤੀ, ਇੱਕ ਬੜੀ ਬਹੁਤ ਜੁਗਤੀ ਹੈ। ਹਾਂ, ਬਹੁਤ ਬੜਾ ਇਹਦੇ ਚ ਇੱਕ ਬੁਝਾਰਤ ਹੈ। ਕਿਉਂ ਕਹਾਇਆ ਇਹ, ਕਿਉਂ ਨਹੀਂ ਗੁਰੂ ਕਹਾਇਆ, ਕਿਉਂ ਨਹੀਂ ਗੁਰੂ ਕਹਿਣਾ, ਕਿਉਂ ਨਹੀਂ ਗੁਰੂ ਬਣਨਾ, ਕਿਉਂ ਦਾਸ ਬਣਨਾ। ਕਾਰਾ ਵੜਦਾ, ਸਿੱਖਾਂ ਨੇ ਕਾਰਾ ਵੜਿਆ। ਕਾਰ ਇਸੇ ਰਾਹ ਵੜਿਆ, ਗੁਰੂ ਦਾ ਪ੍ਰਚਾਰ ਕਰ ਲਿਆ ਤੁਸੀਂ। ਹੁਣ ਖੜਾ ਨਹੀਂ ਕਰਦਾ ਹੰਕਾਰ। ਇਹ ਦਾਸ ਬਣੇ ਰਹਿੰਦੇ, ਹੰਕਾਰ ਵੜਨੇ ਨਹੀਂ ਸੀ। ਹਾਂ, ਇਹ ਕੀ ਜਾਣ। ਠੀਕ ਹੈ ਜੀ। ਇਹ ਕੀ ਜਾਣ ਬੰਦੇ ਵੀ ਗੱਲ ਕੀ ਹੈ ਗੁਰਬਾਣੀ ਦੀ। ਇਹ ਤਾਂ ਮੂਰਖਾਂ ਦੇ ਜੀ, ਵਿਦਵਾਨ ਤਾਂ ਮੂਰਖ ਹੁੰਦੇ ਨੇ। ਵਿਦਵਾਨ ਮੂਰਖਤਾ ਹੀ ਨਹੀਂ ਹੋਇਆ। ਉਹਦਾ ਮੂਰਖ ਆਖੀ ਲੱਭ ਲੋਭ ਹੰਕਾਰ, ਲੱਭ ਲੋਭ ਹੰਕਾਰ ਉੱਥੇ ਹੈਗਾ। ਲੱਭ ਲੋਭ ਹੰਕਾਰ ਦਾ ਪ੍ਰਚਾਰ ਹੈ। ਠੀਕ ਹੈ ਜੀ। ਲੱਭ ਲੋਭ ਦਾ ਪ੍ਰਚਾਰ ਹੰਕਾਰ ਤਾਪਿਆ ਹੈ, ਨਹੀਂ ਪਤਾ ਲੱਗਦਾ ਕਿਹੜਾ ਹੁੰਦਾ। ਠੀਕ ਹੈ ਜੀ। ਲੱਭ ਲੋਭ ਦਾ ਜਿੱਥੇ ਪਹਿਰਾ ਹੈ, ਹੰਕਾਰ ਆਪੇ ਆਵਦਾ। ਲੱਭ ਲੋਭ ਦਾ ਪਹਿਰਾ। ਠੀਕ ਹੈ ਜੀ। ਹਾਂਜੀ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਠੀਕ ਹੈ ਜੀ। ਸੇਵਕ ਦੁੱਖ ਵਿਸਾਰਨ ਵਾਲੇ ਹੁੰਦੇ ਨੇ। ਠੀਕ ਹੈ ਜੀ। ਦੁੱਖ ਨੂੰ ਦੁੱਖ ਮੰਨਦੇ ਨਹੀਂ, ਉਹ ਵਿਸਾਰਨ ਵਾਲੇ ਹੁੰਦੇ ਨੇ। ਹਾਂ, ਠੀਕ ਹੈ ਜੀ।
ਨੂੰ ਭੁੱਲਣਾ, ਦੁੱਖ ਤੋਂ ਭੱਜਣਾ ਨਹੀਂ, ਦੁੱਖ ਨੂੰ ਦੁੱਖ ਮੰਨਣਾ ਨਹੀਂ। ਬਸ ਠੀਕ ਹੈ ਜੀ। ਦੁੱਖ ਤਾਂ ਦਾਰੂ ਹੈ, ਜੇ ਦੁੱਖ ਨੂੰ ਦਾਰੂ ਮੰਨ ਲਵੇ ਆਪੇ ਨਹੀਂ ਆਉਂਦਾ। ਹਾਂ ਠੀਕ ਹੈ ਜੀ। ਹਾਂਜੀ। ਹਾਂ ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਆਪੇ ਮੇਲ ਲਏ ਕਿਰਪਾਲ, ਜੇ ਦਾਸ ਬਣਿਆ ਰਹੇ ਕਿਰਪਾਲ ਆਪੇ ਮੇਲ ਲੈਂਦਾ। ਕਾਰੀਆਂ ਤੇ ਤਾਂ ਪ੍ਰਹਾਰੀ ਹੈ ਉਹ, ਕਾਰੀਆਂ ਦਾ ਵਿਰੋਧੀ ਹੈ ਉਹ, ਕਾਲ ਨਾਮ ਦਾ ਵਿਰੋਧ ਕਰਦੇ ਨੇ। ਨਾਮ ਔਰ ਹੰਕਾਰ ਦਾ ਆਪਸ ਵਿੱਚ ਆਪਾਂ ਵਿਰੋਧੀ ਨੇ। ਦਾਸ ਬਣਨ ਦਾ ਮਤਲਬ ਹੈ ਵੀ ਹੰਕਾਰੀ ਹੈ ਨਹੀਂ। ਠੀਕ ਹੈ ਜੀ। ਹਾਂ ਹੰਕਾਰੀ ਆਦਮੀ ਦਾਸ ਨਹੀਂ ਕਹਾ ਸਕਦਾ ਕਦੇ ਵੀ। ਹਾਂ ਠੀਕ ਹੈ ਜੀ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਗੁਰ ਕਾ ਸ਼ਬਦ ਜਪ ਨਿਹਾਲ ਹੋ ਗਏ। ਠੀਕ ਹੈ ਜੀ। ਜਿਹਨੇ ਗੁਰ ਕਾ ਸ਼ਬਦ ਜਪ ਲਿਆ ਨਿਹਾਲ ਹੋ ਗਿਆ ਉਹ। ਇਹ ਹੁਕਮ ਬਾਰੇ ਕੀ ਹੈ ਜੀ? ਹੁਕਮ ਦੇ ਬਾਰੇ ਕੀ ਹੈ ਕਿ ਗਿਆਨ ਬਾਰੇ ਕੀ ਹੈ? ਉਹ ਜਿਹੜਾ ਹੁਕਮ ਹੈ ਸ਼ਬਦ ਦੇ ਵਿੱਚ ਦੋਏ ਆ ਗਏ। ਅੱਛਾ ਜੀ। ਗੁਰ ਦਾ ਜਾਂ ਸ਼ਬਦ ਜਪਿਆ ਸ਼ੁਰੂ ਤੋਂ ਲੈ ਕੇ ਗੀਤਾ ਦੇ ਸ਼ਬਦ ਹੈ। ਜਿਹੜਾ ਗੁਰਬਾਣੀ ਤੋਂ ਲੈ ਕੇ ਅਖੀਰ ਤੱਕ ਸ਼ਬਦ ਹੈ, ਸਾਰੇ ਜਪ ਰਿਹਾ ਤਾਂ ਉੱਥੇ ਹੀ ਹੁਕਮ ਤੱਕੇ ਚਲੇ ਗਏ। ਜਪੇ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਵਡਭਾਗੈ। ਆਪ ਦੀ ਸੇਵਾ ਜਿਹੜੀ ਉਹ ਸੇਵਾ ਕਰਦੇ ਨੇ ਉਹ ਤਾਂ ਉਹੀ ਲੱਗਦਾ ਜਿਹਨੂੰ ਕਿਰਪਾ ਹੁੰਦੀ ਹੈ। ਜਿਹੜਾ ਵਡਭਾਗਾ ਜੀ ਤੇ ਕਿਰਪਾ ਹੋ ਜਾਂਦੀ ਹੈ। ਹਾਂਜੀ। ਜਿਹੜੇ ਵੱਡਿਆ ਭਾਗਾਂ ਵਾਲੇ ਤੇ ਕਿਰਪਾ ਹੋ ਜਾਏ ਪਰਮੇਸ਼ਰ ਦੀ, ਉਹੀ ਐਸੀ ਕੰਮ ਕਰਦਾ, ਐਸੀ ਸੇਵਾ ਲੱਗਦਾ। ਗੁਰ ਕਾ ਸ਼ਬਦ ਜਪਦਾ ਹੈ, ਫਿਰ ਜਪਾਉਂਦਾ। ਨਾਨਕ ਗੁਰਮੁਖੀ ਦੇਖ ਦਿਖਾਏ, ਨਾਨਕ ਪਹਿਲਾਂ ਕਹਿੰਦਾ ਗੁਰਮੁਖ ਪਹਿਲਾਂ ਆਪ ਦਰਸ਼ਨ ਕਰਦਾ ਫਿਰ ਲੋਕਾਂ ਨੂੰ ਕਰਾਉਂਦਾ। ਜੋ ਦੇਖਦਾ ਉਹੀ ਦਿਖਾਉਂਦਾ, ਜੋ ਸਮਝਦਾ ਉਹੀ ਸਮਝਾਉਂਦਾ। ਇਹੀ ਸੇਵਾ। ਹਾਂਜੀ। ਨਾਮ ਜਪਤ ਪਾਵੇਂ ਵਿਸਰਾਮ, ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾਨ। ਜਿਹੜੇ ਨਾਮ ਜਪ ਕੇ ਜਿਹਨਾਂ ਦਾ ਮਨ ਟਿਕਦਾ ਹੈ ਉਹ ਉੱਤਮ ਪੁਰਖ ਨੇ। ਜਿਨ੍ਹਾਂ ਨੇ ਆਪਣਾ ਨਾਮ ਨਾਲ ਮਨ ਟਿਕਾਇਆ ਉਹ ਉੱਤਮ ਨੇ। ਬਾਕੀਆਂ ਦਾ ਕੋਈ ਨਹੀਂ ਕਿਸੇ ਦਾ। ਪਰ ਜਿਹੜੇ ਗੱਲਾਂ ਕਰਦੇ ਨੇ ਵੀ ਸਾਡਾ ਮਨ ਟਿਕ ਗਿਆ ਨਾਮ ਤੋਂ ਬਿਨਾਂ, ਉਹ ਉੱਤਮ ਪੁਰਖ ਨਹੀਂ ਹੈ। ਉਹ ਉੱਤਮ ਨਹੀਂ ਹੈ। ਉਹਨਾਂ ਨੂੰ ਕਦੀ ਟਿਕਿਆ ਹੁੰਦਾ। ਪਰ ਉਹ ਇਹ ਵੀ ਨਹੀਂ ਕਹਿੰਦੇ ਵੀ ਸਾਡਾ ਜਿਹੜਾ ਪ੍ਰੋਸੀਜਰ ਹੈ ਜਿਹੜਾ ਅਸੀਂ ਅਡਾਪਟ ਕੀਤਾ ਇਹਦੇ ਨਾਲ ਮਨ ਟਿਕਦਾ ਨਹੀਂ। ਇਹ ਵੀ ਨਹੀਂ ਕਹਿੰਦੇ। ਇਸ ਕਰਕੇ ਉੱਤਮ ਚੰਗੇ ਪੁਰਖ ਨਹੀਂ ਹੈ। ਚੰਗੀ ਸਿੱਖਿਆ ਨਹੀਂ ਦਿੰਦੇ ਲੋਕਾਂ ਨੂੰ। ਉਹ ਘਟੀਆ ਨੇ। ਚਾਹੇ ਹੋਰ ਬਹੁਤ ਸਾਰੇ ਗੁਣ ਹੈ ਵੀ ਉਹਨਾਂ ਚ, ਪਰ ਕਿਉਂਕਿ ਉਹ ਸੱਚ ਨਹੀਂ ਬੋਲਦੇ ਘਟੀਆ ਨੇ ਇਸ ਕਰਕੇ। ਹਾਂਜੀ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗੀ, ਸਦਾ ਸਦਾ ਬਸੈ ਹਰ ਸੰਗੀ। ਜੋ ਕੁਝ ਕਰੇ ਸੋ ਪ੍ਰਭ ਕੇ ਰੰਗ। ਜਿਹੜਾ ਕੁਝ ਵੀ ਕਰਦਾ ਹੈ ਗੁਰਮੁਖ ਉਹ ਪ੍ਰਭ ਦੇ ਰੰਗ ਚ ਰੰਗਿਆ ਹੋਇਆ ਹੀ ਕਰਦਾ। ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਦਾ। ਉਹਦੇ ਰੰਗ ਚ ਰੰਗਿਆ ਹੋਇਆ ਕਰਦਾ। ਜਿਹਨੂੰ ਚਲਾਉਂਦਾ ਹੋਵੇ ਕਰਦਾ, ਜਿਹਨੂੰ ਚਲਾਉਂਦਾ ਚੱਲਦਾ। ਸਦਾ ਵਸੈ ਪਾਰਬ੍ਰਹਮ ਕੇ ਸੰਗ, ਕਿਉਂਕਿ ਸਦਾ ਪਾਰਬ੍ਰਹਮ ਦੇ ਨਾਲ ਵਸਦਾ। ਉਹ ਹੁਕਮ ਦੇ ਵਿੱਚ ਸਮਾਇਆ ਰਹਿੰਦਾ ਸਦਾ। ਜੋ ਹੁਕਮ ਅਨੁਸਾਰ ਇਹ ਕਰਦਾ, ਜੋ ਕੁਝ ਕਰਦਾ ਹੈ,
ਜੋ ਹੁਕਮ ਕਰਾਉਂਦਾ ਹੈ, ਜੋ ਹੁਕਮ ਹੁੰਦਾ ਉਹੀ ਕਰਦਾ। ਹੁਕਮ ਦੇ ਲੰਘ ਚ ਲੱਗਿਆ ਹੋਇਆ ਕਰਦਾ, ਜੋ ਹੁਕਮ ਚਾਹੁੰਦਾ ਉਹੀ ਕਰਦਾ। ਹਾਂਜੀ। ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ। ਸਹਿਜ ਸੁਭਾਅ ਰਹਿੰਦਾ ਉਹ ਬਿਊਟਲ ਜੇਲ੍ਹ ਦੇ ਵਿੱਚ। ਠੀਕ ਹੈ ਜੀ। ਉਹਦਾ ਸੁਭਾਅ ਚ ਰਹਿੰਦਾ, ਆਪਣੀ ਇੱਛਾ ਦੀ ਕੋਈ ਉਹ ਨਹੀਂ ਹੁੰਦੀ ਕੁਝ ਕਰਨ ਦੀ। ਜਿਹੜਾ ਉਹਦੇ ਹੋਈ ਜਾਂਦਾ ਹੁਕਮ ਚ ਹੋਈ ਜਾਂਦਾ। ਜੋ ਉਹਦੇ ਹੁੰਦਾ ਉਹ ਦੁਆਰਾ ਹੀ ਹੁੰਦਾ, ਉਹਦਾ ਕੋਈ ਆਪਣਾ ਬੋਲਣਾ ਨਹੀਂ ਹੁੰਦਾ ਕੁਛ ਕਰਨ ਦਾ। ਠੀਕ ਹੈ ਜੀ। ਆਪਣਾ ਬੋਲਣਾ ਕੁਛ ਨਹੀਂ ਹੈ, ਜੋ ਹੁੰਦਾ ਹੁਕਮ ਨਾਲੇ ਹੁੰਦਾ। ਠੀਕ ਹੈ ਜੀ। ਹਾਂਜੀ। ਫੈਸਲਾ ਹੋਏ ਜੋ ਤੇ ਹੋ ਰਿਹਾ ਉਹ ਹੁਕਮ ਦਾ ਹੀ ਹੋ ਰਿਹਾ, ਫੈਸਲਾ ਹੋ ਰਿਹਾ ਤਾਂ ਆਪਣਾ ਬੋਲਣਾ ਕੋਈ। ਜੋ ਬੋਲ ਰਿਹਾ ਜੋ ਕਹਿ ਰਿਹਾ ਫੈਸਲਾ ਹੀ ਕਹਿ ਰਿਹਾ। ਠੀਕ ਹੈ। ਬਸ ਜੋ ਗੱਲ ਉਹਦੇ ਮੂੰਹ ਚ ਆ ਕੇ ਨਿਕਲ ਜਾਂਦੀ ਹੈ ਉਹ ਰੋਕ ਨਹੀਂ ਸਕਦਾ ਫਿਰ ਉਹਨੂੰ, ਬੁਲਾਇਆ ਜੋ ਬੋਲਦਾ। ਠੀਕ ਹੈ ਜੀ। ਕਰਨੇ ਹਾਰ ਪਛਾਣੇ ਸੋਏ। ਉਹ ਕਰਨੇ ਹਾਰ ਜਿਹੜਾ ਪਿੱਛੇ ਉੱਤੇ ਕਰਾ ਰਿਹਾ ਕਰਨੇ ਹਾਰ ਤਾਂ ਉਹ ਉਹਨੂੰ ਮੰਨਦਾ, ਉਹ ਕਰਨੇ ਹਾਰ ਨੂੰ ਜਾਣਦਾ। ਜੋ ਤੇ ਕਰਾ ਰਿਹਾ ਕਰਨੇ ਹਾਰ ਉਹ ਹੈ, ਇਹ ਆਪ ਕਰਨੇ ਹਾਰ ਨਹੀਂ ਹੈ। ਜਿਹੜਾ ਬੁਲਾਇਆ ਬੋਲਦਾ ਉਹ ਕਰਨੇ ਹਾਰ ਨਹੀਂ ਹੈ, ਬੁਲਾਉਣ ਵਾਲਾ ਕਰਨੇ ਹਾਰ। ਜ਼ਿੰਮੇਵਾਰ ਬੁਲਾਉਣ ਵਾਲਾ ਹੈ, ਬੋਲਣ ਵਾਲਾ ਜ਼ਿੰਮੇਵਾਰ ਕੋਈ ਨਹੀਂ। ਭੁਗਤਣਾ ਬੋਲਣ ਵਾਲੇ ਨੂੰ ਬਹਿ ਜਾ, ਖਬਰ ਨਾ ਦੇ ਆਵਰਤਨ ਆਪੇ ਪੂਰੇ ਤਾਂ ਹੁਣ ਤੇ ਡਰਦਾ ਨਹੀਂ, ਫਿਰ ਵੀ ਉਹ ਭੁਗਤਦਾ ਤਾਂ ਆਪੇ ਹੈ। ਠੀਕ ਹੈ। ਪਰ ਕਰਨੇ ਹਾਰ ਪਿੱਛੇ, ਹਾਂ ਕਰਨੇ ਹਾਰ ਪਿੱਛੇ ਹੀ ਹੈ। ਕਰਨੇ ਹਾਰ ਹੋਏ। ठीक है जी। प्रभ का किया जन मीठ लगाना, जैसा सा तैसा दृष्टाना। ऐसा हो जाए ने बोल नाम देव ने गौ जीव की वाली गल उन्होंने कहा भी गौ जीव हैगा पैलवे कोई उल्ट पेच, वो प्रभ का किया समझ के ਉਹਨੂੰ ਉਹ ਵੀ ਮਿਠਾਈ ਲੱਗਦਾ, ਉਹਨੂੰ ਕੋਈ ਨਹੀਂ ਇਹ ਵੀ ਠੀਕ ਹੈ। ਮੈਂ ਤੇ ਜਾਣ ਕੇ ਕਹਾਇਆ, ਮੇਰਾ ਇੰਸਾਨ ਲੈਣ ਨੂੰ ਕਹਾਇਆ, ਭੁਗਤਾਂਗੇ ਇਹਨੂੰ ਹੋਣ ਦਿਓ, ਦੇਖਾਂਗੇ ਇਹਦੇ ਵਿੱਚ ਕੀ ਉਹਦੀ ਰਜਾ, ਦੇਖਾਂਗੇ ਇਸ ਵੀ ਦੇਖਾਂਗੇ ਹੁਕਮ ਕੀ ਹੈ, ਉਹਦੇ ਵੀ ਹੁਕਮ ਬੁੱਝਦਾ ਵੀ ਇਹ ਤਮਾਸ਼ਾ ਦੇਖਾਂਗੇ ਇਹ ਤਾਂ ਕੀ ਕਰਦਾ। ਹੁਣ ਉਹ ਤਮਾਸ਼ਾ ਹੀ ਹੈ, ਉਹਦੇ ਬਾਰੇ ਤਾਂ ਉਹ ਵੀ ਸਾਰਾ ਜਗਤ ਤਮਾਸ਼ਾ ਹੀ ਹੈ। ਆ ਜਿਹੜਾ ਸਿੱਧ ਫਸ ਗਿਆ ਇਹਦੇ ਚ ਦੇਖਾਂਗੇ ਹੁਣ ਕੀ ਭਾਣਾ ਵਰਤਦਾ, ਕੀ ਉਹਦਾ ਕਿਉਂ ਇਹਨੇ ਇਹ ਕਰਾਇਆ, ਕਿਉਂ ਫਸਵਾਇਆ, ਉਹਦਾ ਕੀ ਪ੍ਰੋਗਰਾਮ ਹੈ। ਕਿਉਂਕਿ ਪਰਮੇਸ਼ਰ ਦਾ ਪ੍ਰੋਗਰਾਮ ਹੈ ਜਿਹੜਾ ਸਿੱਧ ਫਸਾਉਂਦਾ। ਠੀਕ ਹੈ ਜੀ। ਪ੍ਰਭ ਦਾ ਕੀਆ ਜਨ मीठ लगाना, ਉਹ ਵੀ ਮਿੱਠਾ ਲੱਗਦਾ। ਚਾਹੇ ਚੱਲਣੀ ਚਾਹੋ ਸਹੀ ਦੇਣਾ ਪੈਂਦਾ, ਮਿੱਠਾ ਕਰੋ ਵੀ ਲੱਗਦਾ। ਠੀਕ ਹੈ ਜੀ। ਤਾਂ ਪ੍ਰਭ ਨੇ ਉਹਨੂੰ ਚੱਲਣੀ ਚਾਹੋ ਫਿਰ ਦੇਣਾ ਵੀ ਪੈ ਜਾ ਕੇ, ਉਹ ਵੀ ਮਿੱਠਾ ਹੀ ਲੱਗਦਾ। ਕੋਈ ਨਹੀਂ ਹੋ ਗਿਆ। ਠੀਕ ਹੈ ਜੀ। ਹਾਂਜੀ। जिस ते उपजे तिस माहे समाये, ओए सुख निधान उन्हू बनाए। जिसे उपजे तिस माहे समाये, उन्हें जिसे जो पैदा हो जो समा जाने जाने। ठीक है जी। जी तो पैदा होते समा जाना, वो तो समाया होया ही है। ਉਹਦਾ ਆਪਣਾ ਸੱਚ ਕੱਢ ਕੇ ਇਹ ਜਦ ਚੱਲ ਚਲਾ ਜਾਊ, ਉਹਨੂੰ ਕਿਹੜਾ ਕੋਈ ਰੋਕ ਲੂਗਾ। ਨਾਮ ਨੇ ਕਹਿ ਲਿਆ, ਕਹਿੰਦਾ ਨਿਸ਼ਾਨ ਬਜਾ ਕੇ ਧੌਸੇ
ਹਮਸਾ ਬਚਾ ਕੇ ਜਾਊਗਾ ਮੈਂ ਸੱਚਖੰਡ ਰੋਕ ਲੈ ਜਿਹਨੇ ਰੋਕਣਾ ਤੁਸੀਂ ਕਹਿੰਦੇ ਠੀਕ ਹੈ ਚਲੋ ਨਿਸ਼ਾਨ ਬਚਾਏ ਨਿਸ਼ਾਨ ਬਚਾ ਕੇ ਮਿਲੂਗਾ ਮੈਂ ਕਹਿ ਕੇ ਤੁਹਾਨੂੰ ਵੀ ਮੈਂ ਕਹਿਣਾ ਮੈਂ ਤੁਸੀਂ ਰੋਕ ਲਓ ਜਿਹਨੇ ਰੋਕਣਾ ਤੁਸੀਂ ਕਹਿਣਾ ਨਾ ਚੀਜ਼ ਯਾਦ ਨਹੀਂ ਕਰਦੇ ਤੁਸੀਂ ਰੋਕ ਕੇ ਦਿਖਾਓ ਠੀਕ ਹੈ ਜੀ ਹੰਕਾਰੀ ਨੂੰ ਕਹੀ ਹੈ ਗੱਲ ਆਪ ਹੰਕਾਰੀ ਦੀ ਸੀਗਾ ਕਹਾ ਹੀ ਹੈ ਉਹਦਾ ਪਰਮੇਸ਼ਰ ਜੋ ਕਾਹਨੂੰ ਕਹਿੰਦਾ ਸੀ ਗੱਲ ਉਹਨੂੰ ਕੀ ਲੋੜ ਸੀ ਗੱਲ ਸੀ ਕੌਣ ਵਾਲੇ ਵਿਚਾਰ ਸੀ ਠੀਕ ਹੈ ਜੀ ਹਾਂ ਹਾਂਜੀ आपस को आप दीनो मान नानक प्रभ जन एको जान आपस को आप दीनो मान अपने आप को आपे मान देता है ना तो एको जान प्रभ जन तो होता है जी ठीक है जी कर लिया मान दवाता मान दवाया सब आपस को आप दीनो मान नानक प्रभ जन एको जान आपस को आप दीनो मान ਉਹਨੇ ਆਪਣੇ ਆਪ ਨੂੰ ਆਪੇ ਮਾਨ ਦਿੱਤਾ ਇਹ ਉਹਦਾ ਹੀ ਬੰਦਾ ਹੈ ਆਹੋ ਸੱਚ ਦੇ ਸੱਚ ਪਿਆਰੇ ਨੂੰ ਮਾਨ ਦਿੱਤਾ ਮਾਨ ਕਿਸੇ ਨੂੰ ਨਹੀਂ ਦਿੰਦਾ ਉਹ ਆਪਣੇ ਆਪਸ ਕੋ ਆਪ ਦੀ ਦੋ ਮਾਨ ਨਾਨਕ ਪ੍ਰਭ ਜਨ ਏਕੋ ਜਾਣ ਉਹ ਹੁਕਮ ਦੇ ਵਿੱਚੋਂ ਪੈਦਾ ਹੁਕਮ ਦੇ ਵਿੱਚ ਹੈ ਜਿਹੜਾ ਮਾਨ ਹੈ ਪੈਦਾ ਉਹਦੇ ਵਿੱਚ ਹੈ ਜੇ ਮਾਨ ਜੇ ਚੇਤਨ ਮਨ ਨੂੰ ਮਾਨ ਦਿੱਤਾ ਤਾਂ ਵੀ ਆਪਣੇ ਆਪ ਨੂੰ ਦਿੱਤਾ ਜੇ ਪਰਮੇਸ਼ਰ ਨੇ ਇਹਨੂੰ ਮਾਨ ਦਿੱਤਾ ਹੈ ਉਹਦਾ ਬੰਦਾ ਤਾਂ ਵੀ ਉਹਨੇ ਆਪਣੇ ਆਪ ਨੂੰ ਦਿੱਤਾ ਮਾਨ ਉਹਦਾ ਹੀ ਮਾਨ ਹੈ ਉਹਦੀ ਲੜਾਈ ਉਹ ਲੜ ਰਿਹਾ ਆਪਣੀ ਲੜਾਈ ਤਾਂ ਲੜੇ ਨਹੀਂ ਰਿਹਾ ਕਬੀਰ ਕੋਈ ਭਗਤ ਭਗਤ ਤਾਂ ਪਰਮੇਸ਼ਰ ਦੀ ਲੜਾਈ ਲੜ ਰਿਹਾ ਜੋ ਬੁਲਾਉਂਦਾ ਉਹ ਬੋਲ ਰਹੇ ਨੇ ਇਹਨਾਂ ਦੀ ਆਪਣੀ ਦੀ ਲੜਾਈ ਹੋਈ ਜੋ ਪਰਮੇਸ਼ਰ ਬੁਲਾ ਰਿਹਾ ਹੈ ਉਹੀ ਬੋਲ ਰਹੇ ਨੇ ਉਹ ਲੜਾਈ ਤਾਂ ਪਰਮੇਸ਼ਰ ਦੀ ਹੈ ਸੱਚ ਦੀ ਲੜਾਈ ਹੈ ਭਗਤ ਆਪਣੀ ਸੰਸਾਰ ਦੇ ਵਿੱਚ ਕੋਈ ਲੜਾਈ ਹੈ ਹੀ ਨਹੀਂ ਉਹਨਾਂ ਦਾ ਤਾਂ ਕੋਈ ਵੈਰੀ ਕਰਨਾ ਹੈ ਹੀ ਨਹੀਂ ਆ ਜਿਹੜੀਆਂ ਦੂਜੀਆਂ ਮੱਤਾਂ ਨੇ ਗਲਤਮੰਦ ਪਰਮੇਸ਼ਰ ਦੇ ਖਿਲਾਫ ਹੈ ਠੀਕ ਹੈ ਜੀ ਉਹਨਾਂ ਨੂੰ ਡਾਂਟ ਡਾਊਟ ਸੱਚਖੰਡ ਤੋਂ ਪਾਈ ਬੁਲਾਇਆ ਆਦਮੀ ਤੋਂ ਹੁਣ ਉਹ ਆਦਮੀ ਤੇ ਗੁੱਸਾ ਕਰੀ ਬੈਠੇ ਨੇ ਵੀ ਇਹ ਬੋਲਦਾ ਉਹ ਕਿਵੇਂ ਹਰ ਕਿਵੇਂ ਬੋਲਣ ਤੇ ਠੀਕ ਹੈ ਜੀ ਉਹੀ ਕਹਿੰਦਾ ਆਪੇ ਦੋਸਤ ਨੇ ਲਈ ਕਰਤਾ ਜਮ ਕਰ ਮੂੰਹ ਗਲ ਚੜਾਇਆ ਗੁਰੂ ਨਾਨਕ ਕਹਿੰਦੇ ਨੇ ਕਹਿੰਦੇ ਆਪਣੇ ਜਿੱਥੇ ਕਰਤਾ ਦੋਸਤ ਵੀ ਲੈਂਦਾ ਮੈਨੂੰ ਜਮ ਦਾ ਰੂਪ ਇਹਨੂੰ ਮੱਤਾਂ ਦੇ ਗਲ ਚੜਾਤਾ ਜਦ ਨਾਮ ਪ੍ਰਗਟ ਹੁੰਦਾ ਬਾਕੀ ਮੱਤਾਂ ਦਾ ਅੰਤ ਹੋ ਜਾਂਦਾ ਸਗਲ ਮੁਤਾਲਕ ਕੇਵਲ ਹਲ ਨਾਮ ਸੱਚ ਪ੍ਰਗਟ ਹੁੰਦਾ ਝੂਠੀਆਂ ਮੱਤਾਂ ਨੂੰ ਬਹੁਤ ਨੁਕਸਾਨ ਪਹੁੰਚਦਾ ਉਹ ਵੀ ਅਕਲ ਹੋ ਜਾਂਦੀ ਝੂਠੀਆਂ ਮੱਤਾਂ ਦੇ ਸਾਰੇ ਸਾਰਿਆਂ ਦੀ ਨੁਕਸਾਨ ਹੋ ਰਿਹਾ ਸਾਡੇ ਦਾ ਖਿਲਾਫ ਬੋਲ ਰਿਹਾ ਉਹ ਐ ਨਹੀਂ ਮੰਨਦੇ ਵੀ ਤੁਹਾਨੂੰ ਸਿੱਖਿਆ ਦੇ ਰਿਹਾ ਹੋਰ ਤਰੱਕੀ ਕਰ ਲਓ ਅਸੀਂ ਤਾਂ ਇਹੀ ਮੱਤਾਂ ਰੱਖਣੀਆਂ ਨੇ ਛੱਡਣੀਆਂ ਨਹੀਂ ਸਾਡੇ ਖਿਲਾਫ ਨਾ ਬੋਲੋ ਤੁਸੀਂ ਗਲਤ ਉਹ ਤੁਸੀਂ ਜਿਹੜੀ ਗਲਤੀ ਹੈ ਥੋੜੀ ਜਿਹੀ ਉਹੀ ਕਹੀ ਹੈ ਤੁਸੀਂ ਇਹ ਕਾਹਦੇ ਕਹਿੰਦੇ ਮੇਰੇ ਤੋਂ ਆਹ ਕੁਛ ਹੈ ਨਹੀਂ ਤੁਸੀਂ ਕਹੋ ਭਾਈ ਇੱਥੇ ਸਾਡੇ ਕੋਲ ਮੱਤੀ ਗਾਂ ਹੋ ਰਹੀ ਗਾਂ ਲੈ ਦਿੰਦਾ ਤੁਸੀਂ ਜਦ ਇਹ ਕਹਿੰਦੇ ਵੀ ਸੱਤ ਤੋਂ ਵਧੀਆ ਮਤ ਹੋ ਰਹੀ ਨਹੀਂ ਫਿਰ ਤਾਂ ਤੁਹਾਨੂੰ ਲੱਗੂ ਤੇ ਖਿਲਾਫ ਬੋਲ ਇਹ ਗੱਲ ਦੇ ਖਿਲਾਫ ਬੋਲਦੀ ਮਤ ਤੁਸੀਂ ਕਹੋ ਵੀ ਇੱਥੇ ਲੈਵਲ ਤੱਕ ਪੜ੍ਹਾਈ ਹੈ ਜਦੋਂ ਉਤਲੀ ਸਾਡੇ ਕਿਹੜਾ ਝੂਠ ਹੈ ਇਹ ਸਾਡੇ ਕਰਦੀ ਹੋਰ ਨਹੀਂ ਪੁੱਛਦੀ ਕੁਝ ਠੀਕ ਹੈ ਜੀ ਜੇ ਤੁਸੀਂ ਆਪਣਾ ਲੈਵਲ ਸਹੀ ਰੱਖੋ ਵੀ ਇੰਨਾ ਗਿਆਨ ਹੈ ਸਾਡੇ ਕੋਲ ਤਾਂ ਬਾਹਰ ਚ ਰਹਿਣਾ ਹੋਰ ਸਭ ਚਲੇ ਜਾਓ ਫਿਰ ਤੁਹਾਨੂੰ ਬੁਰਾ ਨਾ ਲੱਗੇ ਬੁਰਾ ਜਾਂ ਲੱਗਦਾ ਜਾਂ ਤੁਸੀਂ ਮੰਨਦੇ ਵੀ ਅਸੀਂ ਤੱਕ ਠੇਕਾ ਸਾਡੇ ਕੋਲ ਹੈ ਬਾਕੀ ਹੋਰ ਸਹੀ ਨਹੀਂ ਠੀਕ ਹੈ ਜੀ ਉੱਥੇ ਰੌਲਾ ਪੈਂਦਾ ਹੋਰ ਤਾਂ ਰੌਲਾ ਹੀ ਨਹੀਂ ਹੈ
ठीक है जी। आपस को आप दीनो मान, नानक प्रभ जन एको जान। ਭਰਾਵਾ ਜਨਤਾ ਇੱਕੋ ਹੀ ਹੈ, ਦੋ ਤਾਂ ਹੈ ਹੀ ਨਹੀਂ ਹੈ। ठीक है जी। ਜਿੱਤਰ ਮਨ ਦੁਨੀਆ ਇੱਕੋ ਹੀ ਹੈ। हम्म। ਜਿਹੜਾ ਭਗਤ ਬੋਲਦਾ ਹੁਕਮ, ਜਿਹੜਾ ਹੁਕਮ ਦੇ ਸੁਣਾ ਕੇ ਬੋਲਦਾ, ਆਤਮਾ ਦੇ ਹੁਕਮ ਇੱਕੋ ਹੀ ਨੇ। ਫਿਰ ਉਹ ठीक है जी। ਹੁਕਮ ਹੀ ਬੋਲਦਾ। हाँ जी।